ਇਕਾਗਰਤਾ ਉੱਥੇ ਹੋਣੀ ਚਾਹੀਦੀ ਹੈ, ਤੇ ਇਕਾਗਰਤਾ ਰਹੇਗੀ ਤੇ ਕੰਮ ਚੱਲਣੇ। ਤੁਹਾਨੂੰ ਅਸੀਂ ਦੇਖਿਆ ਪਿਛਲੇ ਦਿਨੀ ਭਾਵੁਕ ਵੀ ਬਹੁਤ ਹੋਏ, ਤੁਹਾਡੇ ਨਾਲ ਬਹੁਤ ਸਾਰੇ ਹੋਰ ਵੀ ਸਿੰਘ ਸੀ ਜਿਹੜੇ ਬਹੁਤ ਜ਼ਿਆਦਾ ਭਾਵੁਕ ਹੋਏ ਨੇ। ਕਾਰਨ ਕੀ ਰਹੀ, ਵਜ੍ਹਾ ਕੀ ਰਹੀ? ਜਿਹੜਾ ਸੱਚਖੰਡ 'ਚ ਰਹਿ ਕੇ ਟਿਕਾਓ ਨਹੀਂ, ਉਹਦਾ ਟਿਕਾਓ ਕਿੱਥੇ ਹੋਏਗਾ? ਇਹ ਮੰਗ ਕਰਦੇ ਹਾਂ, ਸੱਚੀ ਗੱਲ ਹੈ ਵੀ ਅੰਦਰ ਸਾਡਾ ਇਹ ਗਿਲਾ ਸ਼ਿਕਵਾ ਹੈਗਾ ਕਿ ਸਾਨੂੰ ਅੰਦਰ ਰੋਕ ਟੋਕ ਜਿਹੜੀ ਹੈ ਉਹ ਅੰਦਰ ਨਾ ਹੋ ਕੇ ਅਗਰ ਬਾਹਰ ਹੁੰਦੀ ਤੇ ਕੋਈ ਗੱਲ ਹੀ ਨਹੀਂ ਸੀ ਹੋਣੀ ਕਿਸੇ ਬੰਨੇ। ਕੁੰਠ ਧਾਮ ਦੇ ਵਿੱਚ ਜੇਕਰ ਕੋਈ ਇਕਾਗਰਤਾ ਭੰਗ ਕਰਦਾ ਹੈ, ਉਹਨੂੰ ਪੁੰਨ ਕਿਹਾ ਜਾਏਗਾ, ਪਾਪ ਕਿਹਾ ਜਾਏਗਾ, ਗੁਨਾਹ ਕਿਹਾ ਜਾਏਗਾ, ਕੀ ਕਿਹਾ ਜਾਏਗਾ? ਸੋ ਕਿ ਇਕਾਗਰਤਾ ਭੰਗ ਕਰਾਉਣ ਦੇ ਵਿੱਚ ਮੋਹਰੀ ਕੌਣ ਹੈ? ਕਿਸ ਤੋਂ ਤੁਸੀਂ ਨਾਰਾਜ਼ ਹੋ? ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਤੋਂ। ਮੈਂ ਤਾਂ ਕਹਿ ਰਿਹਾ ਤੁਹਾਨੂੰ ਪਹਿਲਾਂ ਤੋਂ ਵੀ ਜੇ ਆਪ ਆਪਾਂ ਡਿਊਟੀ ਲਾ ਕੇ ਤੇ ਆਪਾਂ ਕਹੀਏ ਇਹ ਚੰਗਾ ਰਾਗੀ ਕੀਰਤਨ ਨਹੀਂ ਕਰਦਾ, ਤੇ ਫਿਰ ਕਸੂਰਵਾਰ ਕੌਣ ਹੈ? ਰਾਗੀ ਕਿ ਜਿਹਨਾਂ ਡਿਊਟੀਆਂ ਲਾਉਣ ਵਾਲਾ? ਕਿ ਡਿਊਟੀਆਂ ਸਿਲੈਕਸ਼ਨ ਵੀ HPC ਕਰਦੀ, ਠੀਕ ਹੈ, ਔਰ ਡਿਊਟੀਆਂ ਵੀ ਹੈੱਡ ਗ੍ਰੰਥੀ ਸਾਹਿਬ ਆਪ ਲਾਉਂਦੇ, ਤੇ ਉਲਟਾ ਫਿਰ ਰਾਗੀਆਂ ਦੇ ਸਿਰ ਤੁਸੀਂ ਮੜੋ ਵੀ ਰਾਗੀ ਰਾਗ ਨਹੀਂ ਪੜ੍ਹਦੇ, ਗਲਤ ਹੈ। ਜਿੰਨੇ ਵੀ ਕੀਰਤਨੀਏ ਸਿੰਘ ਮੌਜੂਦ ਸੀ, ਜਿੰਨੇ ਭਾਈ ਸਾਹਿਬ ਮੌਜੂਦ ਸੀ, ਉਹਨਾਂ ਦੇ ਵਿੱਚ ਸਾਰਿਆਂ ਦਾ ਏਕਾ ਹੈਗਾ ਕਿ ਜਾਂ ਹੁਣ ਤੱਕ ਏਕਾ ਕਮਜ਼ੋਰ ਪੈ ਚੁੱਕਾ ਹੈ? ਇਹ ਇਕੱਲੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦੇ ਨਾਲ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਦੇ ਨਾਲ ਨਹੀਂ ਹੈ ਜੀ। ਗਿਲਾ ਸ਼ਿਕਵਾ ਸੀ ਤੁਹਾਡਾ, ਉਹ ਦੂਰ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ? ਤੇ ਕੌਣ ਵਿਚੋਲਾ ਪੈ ਰਿਹਾ ਹੈ ਜਿਹੜਾ ਗਿਲੇ ਸ਼ਿਕਵੇ ਨੂੰ ਦੂਰ ਕਰ ਰਿਹਾ ਹੈ? ਔਰ ਤੁਹਾਡੀਆਂ ਮੰਗਾਂ ਕੀ ਨੇ? ਸ਼ਿਕਵਾ ਮੀਡੀਆ ਦੇ ਵਿੱਚ ਲੈ ਕੇ ਆਏ ਔਰ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਕੋਈ ਬਹੁਤ ਵੱਡਾ। ਡਾਗੀ ਸਿੰਘ ਜੀ, ਤੁਹਾਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ, ਬਰਖਾਸਤ ਕਰ ਦਿੱਤਾ ਗਿਆ ਜਾਂ ਰੋਕ ਦਿੱਤਾ ਗਿਆ? ਮੌਜੂਦਾ ਹਾਲਾਤ ਕੀ ਨੇ ਤੁਹਾਡੇ? ਇਹਦੇ ਇਸ਼ਾਰੇ ਤੇ ਕੰਮ ਹੋ ਰਿਹਾ, ਤੇ ਕਿਹਦੇ ਇਸ਼ਾਰੇ ਤੇ ਜਾਂ ਕਿਹੜੀ ਸ਼ਰਤ ਮੰਨ ਲਈਏ ਤਾਂ ਸਭ ਕੁਝ ਠੀਕ ਹੋ ਸਕਦਾ? ਅੰਦਰ ਬੋਲ ਕਬੋਲ ਨਹੀਂ ਸਾਨੂੰ ਮਨਜ਼ੂਰ, ਉਹ ਨਹੀਂ ਬੋਲੇ ਜਾਣਗੇ। ਤੁਸੀਂ ਨਹੀਂ ਮੰਨੇ, ਅਸੀਂ ਕਿਤੇ ਬਾਹਰ ਥੋੜੀ। ਐਡੇ ਉੱਚੇ ਅਹੁਦੇ ਤੇ ਪਹੁੰਚ ਕੇ ਐਡੀ ਨੀਵੀਂ ਭਾਸ਼ਾ ਵਰਤਣੀ ਨਹੀਂ ਚਾਹੀਦੀ ਜੀ। ਦਾ ਵੀ ਜਿਵੇਂ ਹੁਣ ਰਾਗੀਆਂ ਨੂੰ ਕਥਾਵਾਚਕਾਂ ਦੇ ਨਾਲ ਧਿਰ ਬਣਾ ਕੇ ਖਿਲਾਰਨੀ ਚਾਹੁੰਦੀ ਕੋਈ ਸਾਜ਼ਿਸ਼। ਅੱਛਾ। ਅਸੀਂ ਮੰਗ ਹੀ ਇੰਨੀ ਕਰਦੇ ਹਾਂ ਵੀ ਸਾਡਾ ਵੀ ਸਨਮਾਨ ਬਾਹਰ ਰੱਖੋ, ਸਮੁੱਚੇ ਰਾਗੀ ਭਾਈਚਾਰੇ ਦਾ ਰੱਖੋ, ਤੇ ਅਸੀਂ ਤੁਹਾਨੂੰ ਜੀ ਕਹਾਂਗੇ, ਤੁਸੀਂ ਸਾਨੂੰ ਜੀ ਆਪੇ ਕਹਿੰਦੇ ਹੋ, ਤੇ ਅਸੀਂ ਤੁਹਾਨੂੰ ਜੀ ਪਹਿਲਾਂ ਵੀ ਕਰਦੇ ਸਾਂ, ਹੁਣ ਵੀ ਕਰਦੇ ਹਾਂ, ਤੇ ਗਾਂ ਵੀ ਕਰਦੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾ TV NRI ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਸਵਾਗਤ ਹੈ ਜੀ, ਤੇ ਮੈਂ ਹਾਂ ਤੁਹਾਡਾ ਸੇਵਾਦਾਰ ਰਿਸ਼ਪਾਲ ਸਿੰਘ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬਾਨਾਂ ਨੂੰ ਵਿਸ਼ਵ ਦੀ ਸਿੱਖ ਸੰਗਤ ਬਹੁਤ ਹੀ ਉੱਚਾ ਸਨਮਾਨਜਨਕ ਰੁਤਬਾ ਦਿੰਦੀ ਹੈ। ਹਜ਼ੂਰੀ ਰਾਗੀ ਸਾਹਿਬਾਨਾਂ ਦਾ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਭਾਈ ਜਗਤਾਰ ਸਿੰਘ ਜੀ ਤੇ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਦੇ ਭਾਈ ਰਣਜੀਤ ਸਿੰਘ ਜੀ ਗੌਹਰ ਨਾਲ ਵਿਵਾਦ ਕਿਉਂ ਹੋਇਆ? ਕਿਹੜੀ ਨਾਰਾਜ਼ਗੀ ਹੈ, ਕਿਹੜੀਆਂ ਪਰੇਸ਼ਾਨੀਆਂ ਨੇ, ਤੇ ਕੀ ਨੇ ਮੰਗਾਂ? ਇਸ ਉੱਪਰ ਹੀ ਵਿਸ਼ੇਸ਼ ਚਰਚਾ ਕਰਨ ਦੇ ਲਈ ਸਾਡੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਜੁੜੇ ਨੇ। ਗੁਰਫਤਿਹ ਦੀ ਸਾਂਝ ਨਾਲ ਤੁਹਾਡੇ ਰੂਬਰੂ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦੇਵ ਸਿੰਘ ਜੀ, ਸਿੱਖ ਸੰਗਤ ਜਾਣਨਾ ਚਾਹੁੰਦੀ ਹੈ ਕਿ ਸੱਚਖੰਡ ਬੈਕੁੰਠ ਸ਼੍ਰੀ ਦਰਬਾਰ ਸਾਹਿਬ ਨੂੰ ਕਿਉਂ ਕਿਹਾ ਜਾਂਦਾ ਹੈ? ਪਹਿਲਾਂ ਇਸ ਦਾ ਜਵਾਬ। ਸਾਧ ਸੰਗਤ ਜੀ, ਉਹ ਬੜਾ ਸੋਹਣਾ ਸਵਾਲ ਭਾਈ ਸਾਹਿਬ ਜੀ ਨੇ ਪੁੱਛਿਆ। ਅਕਸਰ ਇੰਨੀ ਧਿਆਨ ਕੇ ਪੁੱਛਦੇ ਹੁੰਦੇ ਸੀ ਵਿਵਾਦ ਕਿਉਂ ਭਖਿਆ, ਪਰ ਇਹ ਬਹੁਤ ਸੁੰਦਰ ਤੁਸੀਂ ਸਵਾਲ ਪੁੱਛਿਆ ਵੀ ਜਿਹੜਾ ਬੈਕੁੰਠ ਕਿਉਂ ਆਖਿਆ ਜਾਂਦਾ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਕੀਰਤੀ ਜਿਹੜੀ ਹੈ ਨਾ, ਉਹ ਬੰਦੇ ਨੂੰ ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਨਾਲ ਜੋੜਦੀ ਹੈ, ਤੇ ਜਿੱਥੇ ਜਾ ਕੇ ਸੰਸਾਰ ਦੀਆਂ ਸੋਚਾਂ ਬਿਲਕੁਲ ਖਤਮ ਹੋ ਜਾਣ, ਪਰੇਸ਼ਾਨੀਆਂ ਖਤਮ ਹੋ ਜਾਣ, ਬੰਦਾ ਚਿੰਤਾ ਮੁਕਤ ਹੋ ਜਾਏ, ਉਸ ਜਗ੍ਹਾ ਨੂੰ ਬੈਕੁੰਠ ਧਾਮ ਆਖਿਆ ਜਾਂਦਾ ਹੈ। ਬਹੁਤ ਹੀ ਚੰਦ ਲਫ਼ਜ਼ਾਂ 'ਚ ਸੱਚਖੰਡ ਔਰ ਬੈਕੁੰਠ ਦਾ ਤੁਹਾਨੂੰ ਸਮਝਾਇਆ ਕਿ ਕਿਸ ਨੂੰ ਤੇ ਕਿਉਂ ਕਿਹਾ ਜਾਂਦਾ ਹੈ। ਸਿੰਘ ਸਾਹਿਬ, ਜਦੋਂ ਕੀਰਤਨੀ ਸਿੰਘ ਕੋਈ ਗੁਰਬਾਣੀ ਦੇ ਨਾਲ ਸੰਗਤ ਦੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ, ਉਸ ਪਵਿੱਤਰ ਗੱਦੀ 'ਤੇ ਬਿਰਾਜਮਾਨ ਹੁੰਦਾ, ਉੱਥੇ ਬੈਠਦਾ ਹੈ, ਕਿਉਂਕਿ ਉਹ ਹਰ ਇੱਕ ਦੇ ਨਸੀਬ 'ਚ ਨਹੀਂ ਹੈ ਉਹ ਅਸਥਾਨ ਉੱਥੇ ਬੈਠ ਕੇ ਕੀਰਤਨ ਕਰਨਾ ਔਰ ਇਹ ਤਪ ਕਰਨਾ, ਇਹ ਭਗਤੀ ਕਰਨੀ। ਇਹ ਜਦੋਂ ਤੁਹਾਡੇ ਨਸੀਬਾਂ 'ਚ ਹੁੰਦਾ, ਜਦੋਂ ਤੁਸੀਂ ਆਪਣੀ ਰਸਨਾ ਤੋਂ ਗੁਰਬਾਣੀ ਗਾਇਨ ਕਰਦੇ ਹੋ, ਉਹਦੇ ਵਾਸਤੇ ਇਕਾਗਰਤਾ ਕਿੰਨੀ ਕੁ ਜ਼ਰੂਰੀ ਹੈ? ਇੱਕ ਤਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, ਤੁਸੀਂ ਮੈਨੂੰ ਭਾਈ ਸਾਹਿਬ ਦੇ ਨਾਲ ਸੰਬੋਧਿਤ ਕਰੋ, ਨਹੀਂ ਤੇ ਕਈ ਲੋਕ ਸੋਚਣਗੇ ਵੀ ਆਪਣੇ ਆਪ ਨੂੰ ਖੋਰੇ ਸਿੰਘ ਸਾਹਿਬ ਖਵਾ ਕੇ ਕਿੰਨਾ ਖੁਸ਼ ਨੇ। ਇਸ ਲਈ ਮੈਂ ਮਾਫੀ ਚਾਹੁੰਦਾ, ਮੈਂ ਤੁਹਾਨੂੰ ਟੋਕ ਰਿਹਾ।
ਉੱਥੇ ਜਿਹੜਾ ਕੀਰਤਨ ਕਰਨਾ ਹੈ ਉਹ ਬਹੁਤ ਉੱਚੀ ਗੱਲ ਹੈ। ਹਰੇਕ ਬੰਦੇ ਨੂੰ ਉੱਥੋਂ ਦੀ ਸੇਵਾ ਨਹੀਂ ਮਿਲਦੀ, ਪਰ ਸਾਡੇ ਭਾਗ ਚੰਗੇ ਨੇ ਕਿ ਸਾਨੂੰ ਉੱਥੋਂ ਦੀ ਸੇਵਾ ਪ੍ਰਾਪਤ ਹੋਈ ਹੈ। ਅਸੀਂ ਬਹੁਤ ਅਰਦਾਸਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਦੇ ਰਹੇ ਹਾਂ, ਅਤੇ ਹੁਣ ਵੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਸਾਡੇ ਤੋਂ ਸੇਵਾ ਲੈ ਰਹੇ ਹੋ, ਅਤੇ ਅੱਗੇ ਵੀ ਇਸ ਤਰ੍ਹਾਂ ਸੇਵਾ ਲੈਂਦੇ ਰਹੋ। ਸੋ ਉੱਥੋਂ ਦੀ ਜਿਹੜੀ ਸੇਵਾ ਹੈ, ਵਿਣ ਕਰਮਾ ਕਿਛ ਪਾਈਏ ਨਾਹੀਂ, ਜੇ ਬਹੁ ਤੇਰਾ ਧਾਵੈ, ਜਿਹਦੇ ਭਾਗਾਂ 'ਚ ਲਿਖੀ ਹੁੰਦੀ ਹੈ ਉਹਨੂੰ ਮਿਲ ਜਾਂਦੀ ਹੈ। ਅਸੀਂ ਸਮਝਦੇ ਹਾਂ ਕਿ ਸਾਡੇ ਭਾਗਾਂ 'ਚ ਸਤਿਗੁਰੂ ਜੀ ਨੇ ਸੇਵਾ ਲਿਖੀ ਹੈ, ਜਿੰਨਾ ਚਿਰ ਲਿਖੀ ਹੈ ਉਹਨਾਂ ਚਿਰ ਅਸੀਂ ਜ਼ਰੂਰ ਕਰਾਂਗੇ। ਭਾਈ ਸਾਹਿਬ, ਮੇਰਾ ਸਵਾਲ ਸੀ ਕਿ ਉੱਥੇ ਇਕਾਗਰਤਾ ਕੀ ਮਾਇਨੇ ਰੱਖਦੀ ਹੈ? ਕਿਉਂਕਿ ਤੁਹਾਡੀ ਦੋਹਰੀ ਡਿਊਟੀ ਹੈ, ਦੋ ਭੂਮਿਕਾਵਾਂ ਹੁੰਦੀਆਂ, ਵੱਡੀ ਸੇਵਾ ਹੁੰਦੀ ਹੈ ਉੱਥੇ। ਇੱਕ ਤਾਂ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ, ਔਰ ਦੂਸਰਾ ਜੋ ਮਰਿਆਦਾ ਹੈ ਬੈਕੁੰਠ ਦੀ, ਜੋ ਸੱਚਖੰਡ ਦੀ ਮਰਿਆਦਾ ਹੈ, ਉਹਨੂੰ ਬਹਾਲ ਰੱਖਣਾ। ਸੋ ਇਕਾਗਰਤਾ। ਹਾਂ, ਇਕਾਗਰਤਾ ਇਸ ਤਰ੍ਹਾਂ ਹੈ ਜੀ ਕਿ ਜਿਵੇਂ ਹੁਣੇ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਮੈਂ ਤੁਹਾਡੇ ਉਹ ਪਹਿਲਾਂ ਦੱਸਣ 'ਚ ਮੇਰੀ ਇਕਾਗਰਤਾ ਭੰਗ ਹੋ ਗਈ ਅਤੇ ਮੈਂ ਸਵਾਲ ਦਾ ਸਹੀ ਆਨਸਰ ਨਹੀਂ ਕਰ ਸਕਿਆ। ਇਹ ਹੁਣੇ ਦਾ ਹੀ ਸਵਾਲ ਹੈ। ਇਕਾਗਰਤਾ ਤੋਂ ਬਿਨਾਂ ਨਿਸ਼ਾਨਾ ਨਹੀਂ ਲੱਗਦਾ। ਕੋਈ ਬੰਦਾ ਕੋਈ ਨਿਸ਼ਾਨ 'ਚ ਆ, ਹੁਣ ਹੁੰਦੀਆਂ ਗੇਮਾਂ, ਅਤੇ ਨਿਸ਼ਾਨਾ ਲਾਉਣ ਵਾਲਾ ਜਿੰਨਾ ਚਿਰ ਆਪਦਾ ਸਾਹ ਵੀ ਨਹੀਂ ਰੋਕਦਾ ਉਹਨਾਂ ਚਿਰ ਨਿਸ਼ਾਨਾ ਨਹੀਂ ਲੱਗਦਾ। ਇਸੇ ਤਰ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਇੰਨੀ ਵੱਡੀ ਆਸਾ ਦੀ ਵਾਰ ਦੀ ਡਿਊਟੀ ਹੈ, ਜੇ ਇਕਾਗਰਤਾ ਨਾ ਹੋਵੇ ਤਾਂ ਭੁੱਲ ਜਾਂਦਾ ਬੰਦਾ। ਇਸੇ ਤਰ੍ਹਾਂ ਨਾਲ ਕੀਰਤਨ ਹੈ, ਭਾਵੇਂ ਉਹ ਇੱਕ ਸ਼ਬਦ ਹੈ, ਜੇ ਉਹਦੀ ਇਕਾਗਰਤਾ ਭੰਗ ਹੋ ਗਈ ਚਾਹੇ ਕਿਸੇ ਵੀ ਕਾਰਨ ਹੈ ਤੇ ਸ਼ਬਦ ਭੁੱਲ ਜਾਣਾ। ਸੋ ਇਕਾਗਰਤਾ ਹੀ ਮੂਲ ਮੁੱਢ ਹੈ ਪਰਮਾਤਮਾ ਦੇ ਭਗਤੀ ਦਾ। ਇਕਾਗਰਤਾ ਉੱਥੇ ਹੋਣੀ ਚਾਹੀਦੀ ਹੈ, ਤੇ ਇਕਾਗਰਤਾ ਰਹੇਗੀ ਤੇ ਕੰਮ ਚੱਲਣੇ। ਸੋ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਦੇ, ਸੱਚਖੰਡ ਸਾਹਿਬ ਦੇ ਜਿੰਨੇ ਵੀ ਹੋਰ ਅਸਥਾਨਾਂ ਤੋਂ ਰਾਗੀ ਸਾਹਿਬਾਨ ਨੇ, ਕੀਰਤਨੀਏ ਸਾਹਿਬਾਨ ਨੇ, ਸੋ ਉਹਨਾਂ ਦਾ ਗਿਲਾ ਸ਼ਿਕਵਾ ਹੈ, ਸ਼ਿਕਾਇਤ ਹੈ, ਨਾਰਾਜ਼ਗੀ ਹੈ, ਜਾਂ ਉਹਨਾਂ ਨਾਲ ਕੋਈ ਧੱਕਾ ਹੋ ਰਿਹਾ ਹੈ, ਜਿਹਦੇ ਕਰਕੇ ਤੁਹਾਨੂੰ ਅਸੀਂ ਦੇਖਿਆ ਪਿਛਲੇ ਦਿਨੀ ਭਾਵੁਕ ਵੀ ਬਹੁਤ ਹੋਏ। ਤੁਹਾਡੇ ਨਾਲ ਬਹੁਤ ਸਾਰੇ ਹੋਰ ਵੀ ਸਿੰਘ ਸੀ ਜਿਹੜੇ ਬਹੁਤ ਜ਼ਿਆਦਾ ਭਾਵੁਕ ਹੋਏ ਨੇ। ਕਾਰਨ ਕੀ ਰਹੀ, ਵਜ੍ਹਾ ਕੀ ਰਹੀ? ਜਿਹੜਾ ਸੱਚਖੰਡ 'ਚ ਰਹਿ ਕੇ ਟਿਕਾਓ ਨਹੀਂ, ਉਹਦਾ ਟਿਕਾਓ ਕਿੱਥੇ ਹੋਏਗਾ? ਬਿਲਕੁਲ, ਤੁਸੀਂ ਵਾਜਬ ਸਵਾਲ ਪੁੱਛਿਆ ਵੀ ਗਿਲਾ ਸ਼ਿਕਵਾ। ਹਾਂ, ਬਿਲਕੁਲ ਸਾਡਾ ਗਿਲਾ ਸ਼ਿਕਵਾ ਹੀ ਹੋਇਆ ਭਈ ਅਸੀਂ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਬੇਨਤੀਆਂ ਕਰਦੇ ਰਹੇ ਹਾਂ ਕਿ ਸਾਨੂੰ ਅੰਦਰ ਨਾ ਟੋਕਿਆ ਜਾਵੇ, ਵੀ ਸਾਡੀ ਇਕਾਗਰਤਾ ਜਿਹੜੀ ਉਹ ਭੰਗ ਹੁੰਦੀ ਹੈ। ਪਰ ਉਹਨਾਂ ਨੇ ਸਾਡੀ ਗੱਲ ਦੀ ਸੁਣਵਾਈ ਨਹੀਂ ਕੀਤੀ, ਅਤੇ ਅਸੀਂ ਕਾਫੀ ਇੱਧਰ ਉੱਧਰ ਵੀ ਹੱਥ ਪੱਲਾ ਮਾਰਦੇ ਰਹੇ ਹਾਂ, ਦੱਸਦੇ ਰਹੇ ਹਾਂ ਕਿ ਸਾਨੂੰ ਇਸ ਚੀਜ਼ ਤੋਂ ਪਰੇਸ਼ਾਨੀ ਹੋ ਰਹੀ ਹੈ, ਪਰ ਫਿਰ ਵੀ ਨਹੀਂ ਉਹ ਸਾਡੀ ਗੱਲ ਮੰਨੀ ਗਈ। ਤਾਂ ਅਸੀਂ ਇਹ ਮੰਗ ਕਰਦੇ ਹਾਂ, ਸੱਚੀ ਗੱਲ ਹੈ ਵੀ ਅੰਦਰ ਸਾਡਾ ਇਹ ਗਿਲਾ ਸ਼ਿਕਵਾ ਹੈਗਾ ਕਿ ਸਾਨੂੰ ਅੰਦਰ ਰੋਕ ਟੋਕ ਜਿਹੜੀ ਹੈ ਉਹ ਅੰਦਰ ਨਾ ਹੋ ਕੇ ਅਗਰ ਬਾਹਰ ਹੁੰਦੀ ਤਾਂ ਕੋਈ ਗੱਲ ਹੀ ਨਹੀਂ ਸੀ ਹੋਣੀ ਕਿਸੇ ਬੰਨੇ। ਪ੍ਰੋਬਲਮ ਇਹੋ ਹੀ ਹੈ ਕਿ ਹਰਿਮੰਦਰ ਸਾਹਿਬ ਦੇ ਅੰਦਰ ਬਹੁਤ ਸਾਰੀਆਂ ਸੰਗਤਾਂ ਦੀ ਵੀ ਇਕਾਗਰਤਾ ਭੰਗ ਹੁੰਦੀ ਹੈ, ਅਤੇ ਅੰਦਰ ਰਾਗੀ ਸਿੰਘ ਦੀ ਵੀ ਇਕਾਗਰਤਾ ਭੰਗ ਹੁੰਦੀ ਹੈ। ਜੇ ਕਿਸੇ ਨੂੰ ਆਪਾਂ ਵਾਹ ਨਹੀਂ ਕਰ ਸਕਦੇ, ਜੇ ਕਿਸੇ ਨੂੰ ਆਪਾਂ ਸ਼ਾਬਾਸ਼ ਨਹੀਂ ਦੇ ਸਕਦੇ, ਅਤੇ ਫਿਰ ਆਪਾਂ ਨਿਰਾਦਰ ਵੀ ਨਾ ਕਿਸੇ ਦਾ ਕਰੀਏ, ਕਿਸੇ ਦੀ ਇਕਾਗਰਤਾ ਵੀ ਭੰਗ ਨਾ ਕਰੀਏ। ਇਹੀ ਬੇਨਤੀਆਂ ਲੈ ਕੇ ਤਾਂ ਅਸੀਂ ਸਾਰੇ ਰਾਗੀ ਸਿੰਘ ਇਕੱਠੇ ਹੋਏ। ਇਕਾਗਰਤਾ ਭੰਗ ਕਰਨੀ ਇਹ ਗੁਨਾਹ ਹੈ, ਇਹ ਪਾਪ ਹੈ। ਸੱਚਖੰਡ 'ਚ ਬੈਠ ਕੇ ਭਗਤੀ ਦੇ ਵਿੱਚ ਕਿੰਤੂ ਕਰਨਾ, ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ? ਆਪਾਂ ਵੀ ਕੋਈ ਸੂਝਵਾਨ ਜੋ ਸੇਵਾਦਾਰ ਹੈ ਕਿ ਇਸ ਤਰ੍ਹਾਂ ਦੀ ਭੁੱਲ ਕਰ ਸਕਦਾ ਹੈ? ਇਕਾਗਰਤਾ ਨੂੰ ਭੰਗ ਕਰਨਾ ਕੀ ਗੁਨਾਹ ਹੈ, ਪਾਪ ਹੈ? ਵੇਖੋ, ਸਾਰੀ ਸੰਗਤ ਜਦੋਂ ਹੁਕਮਨਾਮਾ ਸਾਹਿਬ ਹੈੱਡ ਗ੍ਰੰਥੀ ਸਾਹਿਬ ਜਾਂ ਕੋਈ ਗ੍ਰੰਥੀ ਸਾਹਿਬ ਲੈਂਦੇ ਤਾਂ ਚੁੱਪ ਹੀ ਕਰਦੀ ਹੈ ਨਾ। ਕੀ ਕਾਰਨ ਹੈ ਕਿ ਉਹਨਾਂ ਦੀ ਇਕਾਗਰਤਾ ਨਾ ਕਿਤੇ ਭੰਗ ਹੋ ਜਾਏ। ਹੁਣ ਜੇ ਉੱਧਰੋਂ ਹੁਕਮਨਾਮਾ ਲੈ ਰਹੀ, ਉੱਧਰੋਂ ਰੌਲਾ ਪੈ ਜੇ, ਜਾਂ ਅਸੀਂ ਕੋਈ ਗੱਲ ਕਹਿ ਦਈਏ ਵੀ ਗਲਤ ਹੋ ਰਿਹਾ ਜੀ, ਉਹ ਬੜਾ ਔਖਾ ਹੋ ਜਾਏਗਾ ਕੰਮ। ਇਸੇ ਤਰ੍ਹਾਂ ਨਾਲ ਜਦੋਂ ਕੋਈ ਕੀਰਤਨੀਆ ਸਿੰਘ ਵੀ ਕੀਰਤਨ ਕਰਦਾ ਹੈ ਅਤੇ ਉਹਨੂੰ ਜਦੋਂ ਇਸ ਤਰ੍ਹਾਂ ਕਿਹਾ ਜਾਂਦਾ ਤਾਂ ਮੈਨੂੰ ਲੱਗਦਾ ਕਿ ਇੰਨਾ ਔਖਾ ਹੋ ਜਾਂਦਾ ਹੈ ਉਸ ਚੀਜ਼ ਨੂੰ ਸੰਭਾਲ ਪਾਉਣਾ। ਤੁਸੀਂ ਦੇਖਿਆ ਭਾਈ ਗੁਰਕੀਰਤ ਸਿੰਘ ਨੂੰ ਲਾਈਵ ਦੇ ਉੱਤੇ ਸ਼ਬਦ ਪੜ੍ਹਦੇ ਨੂੰ ਜਦੋਂ ਰੋਕਿਆ ਗਿਆ ਅਤੇ ਉਹ ਕਾਫੀ ਦੇਰ ਤੱਕ ਵਾਪਸ ਨਹੀਂ ਮੁੜ ਸਕਿਆ ਆਪਦੇ ਕੀਰਤਨ 'ਚ। ਕਿੰਨੀ ਦੇਰ ਤੱਕ ਉਹ ਆਵਾਜ਼ਾਂ ਹੀ ਤਬਲਾ ਵਜਾਉਂਦੇ ਰਹੇ। ਇਹ ਤਾਂ ਲਾਈਵ ਦੇ ਵਿੱਚ ਹੈ। ਇਸ ਤਰ੍ਹਾਂ ਜਦੋਂ ਬੰਦੇ ਨੂੰ ਕਿਸੇ ਨੂੰ ਰੋਕਿਆ ਜਾਏਗਾ, ਟੋਕਿਆ ਜਾਏਗਾ, ਅਤੇ ਉਹਦੀ ਇਕਾਗਰਤਾ ਭੰਗ ਹੋ ਗਈ ਅਤੇ ਸਾਰੀ ਸੰਗਤ ਦੀ ਵੀ ਇਕਾਗਰਤਾ ਭੰਗ ਹੋ ਗਈ, ਸਮਝ ਲਓ। ਭਾਈ ਸਾਹਿਬ, ਮੇਰਾ ਸਵਾਲ ਇਹ ਸੀ ਕਿ ਸੱਚਖੰਡ 'ਚ ਬੈਕੁੰਠ ਧਾਮ ਦੇ ਵਿੱਚ ਜੇਕਰ ਕੋਈ ਇਕਾਗਰਤਾ ਭੰਗ ਕਰਦਾ ਹੈ, ਉਹਨੂੰ ਪੁੰਨ ਕਿਹਾ ਜਾਏਗਾ, ਪਾਪ ਕਿਹਾ ਜਾਏਗਾ, ਗੁਨਾਹ ਕਿਹਾ ਜਾਏਗਾ, ਕੀ ਕਿਹਾ ਜਾਏਗਾ?
ਤੁਸੀਂ ਠੀਕ ਕਹਿ ਰਹੇ ਹੋ, ਮੈਨੂੰ ਪਤਾ ਤੁਸੀਂ ਬੜੇ ਜੋ ਤੁਸੀਂ ਮੇਰੇ ਤੋਂ ਕਹਾਉਣਾ ਚਾਹੁੰਦੇ ਹੋ, ਹੁਣ ਮੈਂ ਕੀ ਉਹਨੂੰ ਕਹਾਂ। ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਮੈਂ ਤੁਸੀਂ ਉਹਦਾ ਅਰਥ ਜੋ ਮਰਜ਼ੀ ਕੱਢ ਲਓ ਵੀ ਉਹਨੂੰ ਕੀ ਅਰਥ ਭਾਈ ਸਾਹਿਬ ਸੰਗਤ ਨੇ ਕੱਢਣਾ ਹੈ। ਤੁਸੀਂ ਇਸ਼ਾਰਾ ਮੇਰੀ ਇੱਕ ਬੇਨਤੀ ਆ, ਮੈਂ ਪੁੰਨ ਕਵਾਂ, ਇਹ ਪੁੰਨ ਕਵਾਂ ਮੈਂ। ਤੁਸੀਂ ਸਿਆਣੇ ਹੋ, ਅਸੀਂ ਆਪਣਾ ਦਰਦ ਤੁਹਾਡੇ ਸਾਹਮਣੇ ਰੱਖਿਆ ਤੇ ਤੁਸੀਂ ਸਾਨੂੰ ਲਫ਼ਜ਼ਾਂ 'ਚ ਨਾ ਉਲਝਾਓ। ਅਸੀਂ ਤੁਹਾਨੂੰ ਦੱਸਤਾ ਕਿ ਸਾਨੂੰ ਇਹ ਤੋਂ ਅਸੀਂ ਪਰੇਸ਼ਾਨੀ 'ਚ ਹਾਂ ਤੇ ਇਹਦਾ ਹੱਲ ਨਿਕਲ ਜਾਏ। ਤੁਸੀਂ ਮੇਰੇ ਤੋਂ ਜ਼ਿਆਦਾ ਸ਼ਬਦ ਨਾ ਕਹੋ। ਅੱਛਾ ਚਲੋ, ਇਹ ਤੁਸੀਂ ਸਾਨੂੰ ਜ਼ਰੂਰ ਸੰਗਤ ਨੂੰ ਦੱਸੋ ਕਿ ਇਕਾਗਰਤਾ ਭੰਗ ਕਰਾਉਣ ਦੇ ਵਿੱਚ ਮੋਹਰੀ ਕੌਣ ਹੈ, ਕਿਸ ਤੋਂ ਤੁਸੀਂ ਨਾਰਾਜ਼ ਹੋ? ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਤੋਂ। ਮੈਂ ਤਾਂ ਕਹਿ ਰਿਹਾ ਤੁਹਾਨੂੰ ਪਹਿਲਾਂ ਤੋਂ ਹੀ। ਵਜ੍ਹਾ ਕਾਰਨ ਉਹੀ ਵੀ ਉਹ ਸ਼ਬਦ ਪੜ੍ਹਦੇ ਆ, ਰੋਕਦੇ ਨੇ, ਟੋਕਦੇ ਨੇ। ਮਤਲਬ ਕਾਰਨ ਉਹਦੇ ਪਿੱਛੇ ਕੋਈ ਕਾਰਨ ਤੇ ਹੋਏਗਾ। ਕਿਹੜੇ ਉਹਨਾਂ ਦੇ ਮਨਪਸੰਦ ਰਾਗੀ ਸਿੰਘ ਨੇ, ਜਾਂ ਕਿਹੜੇ ਕੀਰਤਨੀਏ ਮਨਪਸੰਦ ਨੇ, ਜਾਂ ਕਿਹਨਾਂ ਨੂੰ ਉਹ ਚਾਹੁੰਦੇ ਨੇ ਕਿ ਇਹ ਲੱਗਣ ਜਾਂ ਇਹ ਨਾ ਲੱਗਣ, ਇਹ ਡਿਊਟੀ ਤੇ ਹੋਣ ਜਾਂ ਨਾ ਹੋਣ? ਐਦਾਂ ਦੀ ਕੋਈ ਨੌਬਤ ਹੈ, ਐਦਾਂ ਦੀ ਕੋਈ ਸ਼ਰਤ ਹੈ, ਐਦਾਂ ਦੀ ਕੋਈ ਕੰਡੀਸ਼ਨ ਹੈ? ਭਾਈ ਸਾਹਿਬ, ਇਹ ਜਦੋਂ ਡਿਊਟੀ ਚਾਰਟ ਬਣਦਾ ਨਾ, ਇਹ ਤਾਂ ਉਹਨਾਂ ਦੇ ਹੱਥ ਵਿੱਚ ਕਲਮ ਹੈ। ਅੱਛਾ, ਡਿਊਟੀ ਚਾਰਟ ਉਹ ਆਪ ਬਣਾਉਂਦੇ ਨੇ। ਅੱਛਾ, ਜੇ ਉਹਨਾਂ ਨੂੰ ਨਹੀਂ ਚੰਗੇ ਲੱਗਦਾ ਕੋਈ ਰਾਗੀ ਸਿੰਘ, ਉਹਦੀ ਡਿਊਟੀ ਉਹ ਕੱਢ ਦਿੰਦੇ ਨੇ। ਅੱਛਾ, ਤੇ ਜੇ ਇਹਦੇ ਵਿੱਚ ਤਾਂ ਕੋਈ ਮਸਲਾ ਨਹੀਂ ਨਾ ਵੀ ਲਾਈਆਂ ਵੀ ਡਿਊਟੀਆਂ ਆਪ ਹੋਣ, ਤੇ ਫਿਰ ਆਪਾਂ ਤੁਸੀਂ ਮੈਨੂੰ ਤੋਂ ਕਹਾਉਣਾ ਚਾਹੁੰਦੇ ਹੋ ਵੀ ਜੇ ਆਪ ਆਪਾਂ ਡਿਊਟੀ ਲਾ ਕੇ ਤੇ ਆਪਾਂ ਕਹੀਏ ਇਹ ਚੰਗਾ ਰਾਗੀ ਕੀਰਤਨ ਨਹੀਂ ਕਰਦਾ, ਤੇ ਫਿਰ ਕਸੂਰਵਾਰ ਕੌਣ ਹੈ, ਰਾਗੀ ਕਿ ਜਿਹਨਾਂ ਡਿਊਟੀਆਂ ਲਾਉਣ ਵਾਲਾ? ਭਾਈ ਸਾਹਿਬ, ਸੰਗਤ ਨੂੰ ਦੱਸੋ ਕਿ ਅੱਛੇ ਰਾਗੀ ਦੀ, ਚੰਗੇ ਰਾਗੀ ਦੀ, ਸਿਆਣੇ ਰਾਗੀ ਦੀ ਕੀ ਪਹਿਚਾਣ ਹੈ, ਤੇ ਜਿਹੜਾ ਕੀਰਤਨੀਆ ਬੇਸੁਰ ਹੈ ਜਾਂ ਨਹੀਂ ਰਾਗ ਸਹੀ ਕਰ ਸਕਦਾ, ਉਹਦੀ ਕੀ ਪਹਿਚਾਣ ਹੈ? ਕਿਉਂਕਿ ਹੋ ਸਕਦਾ ਸੰਗਤ ਨੂੰ ਤੁਸੀਂ ਵਧੀਆ ਢੰਗ ਨਾਲ ਸਮਝਾ ਸਕੋ। ਅਸੀਂ ਇਸ ਕਾਬਲ ਨਹੀਂ ਹੈ, ਇੰਨੀ ਸਾਨੂੰ ਗਿਆਨ ਨਹੀਂ ਹੈ ਕਿ ਅਸੀਂ ਕਿਸੇ ਦੇ ਵਿੱਚ ਕਿੰਤੂ ਕਰ ਸਕੀਏ। ਮੇਰੇ ਖਿਆਲ 'ਚ ਜਿਹੜੀ ਡਰਾਈਵਰੀ ਸਿੱਖਣੀ ਹੁੰਦੀ ਨਾ, ਉਹ ਪਹਿਲਾਂ ਆਪਾਂ ਪੱਕੀ ਸੜਕ ਤੋਂ ਜਾਂ ਰਸ਼ ਵਾਲੀ ਸੜਕ ਤੋਂ ਪਾਸੇ ਜਾ ਕੇ ਸਿੱਖਦੇ ਹਾਂ। ਜੀ ਬਿਲਕੁਲ। ਤੇ ਹਰਿਮੰਦਰ ਸਾਹਿਬ ਕੋਈ ਡਰਾਈਵਰੀ ਸਿੱਖਣ ਵਾਲੀ ਥਾਂ ਥੋੜ੍ਹੀ ਆ ਵੀ ਉੱਥੇ ਕਿਸ ਤਰ੍ਹਾਂ, ਜਿੱਦਾਂ ਤੁਸੀਂ ਸਵਾਲ ਕੀਤਾ, ਉੱਥੇ ਜਿਹੜਾ ਵੀ ਆਉਂਦਾ ਉਹ ਪੱਕਾ ਹੋ ਕੇ ਹੀ ਆਉਂਦਾ ਹੈ। ਅੱਛਾ, ਟੈਸਟ ਦੇ ਕੇ ਹੀ ਆਉਂਦਾ ਹੈ। ਤੇ ਫਿਰ ਉਹਨੂੰ ਟੋਕਿਆ ਕਿਉਂ ਜਾਂਦਾ? ਇਹ ਵੀ ਸਵਾਲ ਵੀ ਜਾ ਕੇ ਤੁਸੀਂ ਹੈਡ ਗ੍ਰੰਥੀ ਸਾਹਿਬ ਤੋਂ ਪੁੱਛੋ। ਇਹ ਸਵਾਲ ਤੇ ਉਹਨਾਂ ਦਾ ਹੈ, ਮੇਰਾ ਤਾਂ ਸਵਾਲ ਹੀ ਨਹੀਂ ਗਏ। ਨਹੀਂ, ਵਜ੍ਹਾ ਤੇ ਹੋਏਗੀ, ਆਖਿਰ ਬੈਠਦੇ ਤੇ ਹੋਵਾਂਗੇ ਹੀ ਨਾ ਵੀ ਆਪਾਂ ਟੋਕ ਰਹੇ ਹੋ। ਇੱਕ ਮਿੰਟ, ਤੁਸੀਂ ਸਾਰਾ ਮੁੱਦਾ ਰਾਗਾਂ ਵਾਲੇ ਬੰਨੇ ਲਿਆਉਣਾ ਚਾਹੁੰਦੇ ਹੋ। ਮੈਨੂੰ ਪਤਾ ਹੈ ਮੁੱਦਾ ਇੱਥੇ ਰਾਗਾਂ ਦਾ ਹੈ ਹੀ ਨਹੀਂ ਸੀ। ਇਹਨੂੰ ਬਣਾਇਆ ਜਾ ਰਿਹਾ ਵਾ ਰਾਗਾਂ ਦਾ ਮੁੱਦਾ, ਜਦ ਕਿ ਡਿਊਟੀਆਂ ਸਿਲੈਕਸ਼ਨ ਵੀ ਐਚਜੀਪੀਸੀ ਕਰਦੀ। ਠੀਕ ਹੈ ਜੀ। ਔਰ ਡਿਊਟੀਆਂ ਵੀ ਹੈਡ ਗ੍ਰੰਥੀ ਸਾਹਿਬ ਆਪ ਲਾਉਂਦੇ, ਤੇ ਉਲਟਾ ਫਿਰ ਰਾਗੀਆਂ ਦੇ ਸਿਰ ਤੁਸੀਂ ਮੜੋ ਵੀ ਰਾਗੀ ਰਾਗ ਨਹੀਂ ਪੜ੍ਹਦੇ, ਗਲਤ ਹੈ। ਅੱਛਾ ਭਾਈ ਸਾਹਿਬ, ਇਹ ਰੋਕ ਟੋਕ ਹੁਣੇ ਸ਼ੁਰੂ ਹੋਈ, ਤਾਜ਼ੀ ਹੈ ਜਾਂ ਬਹੁਤ ਦੇਰ ਤੋਂ ਹੋ ਰਹੀ ਹੈ? ਇਹ 6 ਸਾਲਾਂ ਤੋਂ ਮੈਂ ਕਿਹਾ ਸਿੰਘ ਸਾਹਿਬ ਬਣੇ ਨੇ, ਤੇ 2 ਸਾਲ ਬੜੇ ਚੰਗੇ ਲੰਘੇ ਨੇ, ਕੋਈ ਸ਼ੱਕ ਨਹੀਂ। ਅੱਛਾ। ਪਰ 4 ਸਾਲਾਂ ਤੋਂ ਬਹੁਤ ਜ਼ਿਆਦਾ ਇਹ ਪ੍ਰੋਬਲਮ ਵਧੀ ਹੋਈ ਹੈ। 4 ਸਾਲ? ਹਾਂ, ਅਸੀਂ ਬਿਲਕੁਲ 4 ਸਾਲ ਕਿਸੇ ਨੇ ਕਿਸੇ ਨੂੰ ਨਹੀਂ ਦੱਸਿਆ, ਅੰਦਰ ਹੀ ਅੰਦਰ ਬੇਨਤੀਆਂ ਕਰਦੇ ਰਹੇ, ਸਭ ਕੁਝ ਕਹਿੰਦੇ ਰਹੇ ਹਾਂ, ਪਰ ਨਹੀਂ ਗੱਲ ਬਣੀ। ਆਪ ਜੀ ਨੇ ਭਾਈ ਸਾਹਿਬ ਬਿਲਕੁਲ ਬੇਨਤੀਆਂ ਕੀਤੀਆਂ, ਐਸਜੀਪੀਸੀ ਨੂੰ ਵੀ ਬੇਨਤੀ ਹੋਈ, ਉਹਨਾਂ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ, ਪ੍ਰਧਾਨ ਸਾਹਿਬ ਨਾਲ, ਕਿੰਨਾ ਨਾਲ ਤੁਹਾਡੀ ਗੱਲ ਹੋਈ? ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸੋ ਉਹਨਾਂ ਨਾਲ ਆਪਾਂ ਆਪਣੀ ਵਿਚਾਰ ਰੱਖੀ, ਆਪਣੀ ਅਪੀਲ ਕੀਤੀ। ਭਾਈ ਸਾਹਿਬ, ਉਹ ਤਾਂ ਮੀਡੀਆ 'ਚ ਆ ਹੀ ਗਿਆ ਵੀ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਦਿੱਤੀ, 16 ਦਿਨ ਲੰਘ ਗਏ, ਨਹੀਂ ਸੁਣਵਾਈ ਹੋਈ। ਇਹ ਤਾਂ ਸਾਰੇ ਮੀਡੀਆ 'ਚ ਆਪ ਜੀ ਨੂੰ ਪਤਾ ਹੀ ਹੈ। ਜੀ, ਉਹਦੀ ਨਹੀਂ ਸੁਣਵਾਈ ਹੋਈ। ਅੱਛਾ ਭਾਈ ਸਾਹਿਬ, ਜਦੋਂ ਤੁਸੀਂ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਕੀਰਤਨੀ ਸਿੰਘ ਜਿੰਨੇ ਨੇ, ਆਪਾਂ ਜਥੇ ਦਾ ਨਾਂ ਸ਼੍ਰੋਮਣੀ ਕੀਰਤਨੀ ਸਭਾ ਰੱਖਿਆ ਹੋਇਆ ਜੀ, ਸ਼੍ਰੋਮਣੀ ਰਾਗੀ ਸਭਾ। ਸ਼੍ਰੋਮਣੀ ਰਾਗੀ ਸਭਾ ਦੇ ਵਿੱਚ ਜਿੰਨੇ ਵੀ ਕੀਰਤਨੀਏ ਸਿੰਘ ਮੌਜੂਦ ਸੀ, ਜਿੰਨੇ ਭਾਈ ਸਾਹਿਬ ਮੌਜੂਦ ਸੀ, ਉਹਨਾਂ ਦੇ ਵਿੱਚ ਸਾਰਿਆਂ ਦਾ ਏਕਾ ਹੈਗਾ ਕਿ ਜਾਂ ਹੁਣ ਤੱਕ ਏਕਾ ਕਮਜ਼ੋਰ ਪੈ ਚੁੱਕਾ ਹੈ? ਔਰ ਜੋ ਕਿਸੇ ਨੂੰ ਜਿੱਦਾਂ ਮੰਨ ਲਓ ਕੋਈ ਹੁਕਮ ਆ ਗਿਆ ਹੋਵੇ, ਫੋਨ ਆ ਗਿਆ ਹੋਵੇ, ਤੇ ਹੁਣ ਤੁਹਾਡਾ ਏਕਾ ਕਮਜ਼ੋਰ ਤਾਂ ਨਹੀਂ ਪਿਆ ਕਿ ਜਾਂ ਏਕਾ ਹੈਗਾ ਜੀ? ਨਹੀਂ, ਸਭ ਦਾ ਏਕਾ ਹੈ, ਕੋਈ ਪ੍ਰੋਬਲਮ ਨਹੀਂ ਹੈ, ਐਸੀ ਕੋਈ ਸਮੱਸਿਆ ਨਹੀਂ, ਸਾਰੇ ਸਿੰਘ ਇਕੱਠੇ ਨੇ। ਕੋਈ ਇੱਕ ਦੋ ਦੇ ਮਤ ਵੱਖਰੇ ਵੀ ਹੋ ਸਕਦੇ ਨੇ, ਪਰ ਜ਼ਿਆਦਾ ਬਹੁਤ ਗਿਣਤੀ ਵਿੱਚ ਰਾਗੀ ਸਿੰਘ ਇੱਕ ਰਾਗੀ ਸਭਾ ਦੇ ਉੱਤੇ ਮੰਚ ਤੇ ਅਸੀਂ ਦੇਖਿਆ ਹੈ ਕਿ ਭਾਈ ਸਾਹਿਬ ਉਹਨਾਂ ਤੋਂ ਕਿ ਹੈੱਡ ਗ੍ਰੰਥੀ ਬਹੁਤ ਹੀ ਸਤਿਕਾਰਯੋਗ ਹਸਤੀ ਹੁੰਦੀ ਹੈ, ਜੋ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸਾਹਿਬ ਦੇ ਨੇ। ਉਹਦਾ ਕਾਰਨ ਇਹ ਹੈ ਕਿ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪੇ ਸੀ, ਪਹਿਲੇ ਹੈੱਡ ਗ੍ਰੰਥੀ ਦੀ ਸੇਵਾ ਜਿਹੜੀ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੌਂਪੀ ਸੀ। ਸੋ ਉਸੇ ਪਦਵੀ ਨੂੰ ਨਿਰੰਤਰ ਕਿਸੇ ਨਾ ਕਿਸੇ ਬਹੁਤ ਹੀ ਵਿਦਵਾਨ ਨੂੰ ਉਸ ਪਦਵੀ ਦੇ ਉੱਤੇ ਲਗਾ ਦਿੱਤਾ ਜਾਂਦਾ ਸੀ। ਔਰ ਅੱਜ ਜੋ ਮੌਜੂਦਾ ਹਾਲਾਤ ਨੇ, ਮੌਜੂਦਾ ਹਾਲਾਤਾਂ ਦੇ ਵਿੱਚ ਉਸ ਹੈੱਡ ਗ੍ਰੰਥੀ ਦੀ ਸੇਵਾ ਜੋ ਨਿਭਾ ਰਹੇ ਨੇ ਉਹ ਭਾਈ ਜਗਤਾਰ ਸਿੰਘ ਜੀ ਨੇ।
ਤੋ ਸੰਗਤ ਨੇ ਇੱਕ ਸਵਾਲ ਕੀਤਾ ਸੀ, ਜੀ ਮੈਂ ਆਪ ਜੀ ਤੱਕ ਜ਼ਰੂਰ ਪੁੱਛੂ। ਉਹ ਕਹਿੰਦੇ ਨੇ ਕਿ ਇਹ ਜੋ ਤੁਹਾਡਾ ਗਿਲਾ ਸ਼ਿਕਵਾ ਜਾਂ ਤੁਹਾਡੇ ਇਸ਼ਾਰੇ ਜਾਂ ਤੁਸੀਂ ਜੋ ਨਾਰਾਜ਼ਗੀ ਜ਼ਾਹਰ ਕਰ ਰਹੇ ਹੋ, ਇਹ ਉਸ ਪਦਵੀ ਨੂੰ ਹੈ, ਯਾਨੀ ਕਿ ਬਾਬਾ ਬੁੱਢਾ ਸਾਹਿਬ ਦੀ ਜੋ ਪਦਵੀ ਹੈ ਉਹ ਜੋ ਚੱਲਦੀ ਆ ਰਹੀ ਹੈ ਅੱਗੇ ਔਰ ਚੱਲਦੀ ਰਹਿਣੀ ਹੈ ਇੱਦਾਂ, ਉਹਨਾਂ ਨੂੰ ਹੈ ਕਿ ਜਾਂ ਇਹ ਜੋ ਅਸਾਂ ਨਾਰਾਜ਼ਗੀ ਹੈ ਉਹ ਕਿਸੇ ਨਿੱਜੀ ਹੈ, ਯਾਨੀ ਕਿ ਸਿਰਫ ਜਗਤਾਰ ਸਿੰਘ ਦੇ ਨਾਲ ਹੈ, ਭਾਈ ਜਗਤਾਰ ਸਿੰਘ ਦੇ ਨਾਲ ਹੈ, ਕਿ ਜਾਂ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਦੇ ਨਾਲ ਹੈ? ਵੇਖੋ ਜੀ, ਇਹ ਇਕੱਲੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦੇ ਨਾਲ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਦੇ ਨਾਲ ਨਹੀਂ ਹੈ। ਜੀ ਜੀ ਜੀ। ਪਦਵੀ ਤੇ ਫਿਰ ਪਹਿਲਾਂ 6 ਹੈੱਡ ਗ੍ਰੰਥੀ ਸਾਹਿਬ ਬਦਲ ਗਏ ਨੇ, ਕਿਸ ਨਾਲ ਰੌਲਾ ਪਿਆ ਸੀ? ਜੀ ਜੀ ਜੀ। 5-6 ਗ੍ਰੰਥੀ ਸਾਹਿਬਾਨ ਹੋਰ ਵੀ ਹੈਗੇ ਨੇ, ਕਿਸੇ ਨਾਲ ਕੋਈ ਤਕਰਾਰ ਨਹੀਂ ਹੈ। ਜੀ ਜੀ ਜੀ। ਜਿਹੜਾ ਕੋਈ ਉੱਥੇ ਬੈਠ ਕੇ ਆਪਣਾ ਇਸ ਵੇਲੇ ਜੋ ਬਣਿਆ ਪਿਆ ਵਾ ਵਿਵਾਦ ਪੈਦਾ ਕਰੇਗਾ, ਤੇ ਵਿਵਾਦ ਦੇ ਤੌਰ ਤੇ ਝਗੜਾ ਤੇ ਫਿਰ ਉਹਦਾ ਨਹੀਂ ਹੋਏਗਾ ਨਾ। ਅੱਛਾ ਭਾਈ ਸਾਹਿਬ, ਪਦਵੀ ਨਾਲ ਥੋੜੀ ਹੁੰਦਾ। ਓਕੇ ਜੀ, ਮੈਂ ਬਿਲਕੁਲ ਉਹਦਾ ਮਾਨ ਸਨਮਾਨ ਉਵੇਂ ਹੀ ਹੈ ਜੋ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਚੱਲ ਰਿਹਾ, ਉਹਦਾ ਸਨਮਾਨ ਵਧਿਆ ਹੈ, ਕੀਰਤਨੀ ਸਿੰਘਾਂ ਦੀ ਨਜ਼ਰਾਂ 'ਚ ਵੀ ਹੈ, ਸੰਗਤ ਦੀ ਨਜ਼ਰਾਂ 'ਚ ਵੀ ਹੈ। ਭਾਈ ਸਾਹਿਬ, ਜੋ ਗਿਲਾ ਸ਼ਿਕਵਾ ਸੀ ਤੁਹਾਡਾ ਉਹ ਦੂਰ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਤੇ ਕੌਣ ਵਿਚੋਲਾ ਪੈ ਰਿਹਾ ਹੈ ਜਿਹੜਾ ਗਿਲੇ ਸ਼ਿਕਵੇ ਨੂੰ ਦੂਰ ਕਰ ਰਿਹਾ ਹੈ, ਔਰ ਤੁਹਾਡੀਆਂ ਮੰਗਾਂ ਕੀ ਨੇ? ਕੀ ਤੁਹਾਨੂੰ ਲੱਗਦਾ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾ ਰਹੀਆਂ ਨੇ? ਪਹਿਲੀ ਗੱਲ ਤੇ ਵੀ ਸਾਡੀ ਅਜੇ ਤੱਕ ਮੰਗ ਨਹੀਂ ਅਸੀਂ ਕੀਤੀ ਸੀ ਵੀ ਆਹ ਸਾਡੀ ਮੰਗ ਹੈ। ਅਸੀਂ ਆਪਣਾ ਦੁੱਖ ਦੱਸਿਆ ਸੀਗਾ, ਜੀ ਜੀ, ਆਪਣੀ ਪ੍ਰੋਬਲਮ ਦੱਸੀਆਂ ਸੀ, ਉਹ ਵੀ ਚਿੱਠੀ ਦੇ ਵਿੱਚ ਬੰਦ ਲਿਫਾਫੇ ਦੱਸੀਆਂ ਸੀਗੀਆਂ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਰੱਖੀਆਂ ਸੀਗੀਆਂ। ਉਹਦਾ ਹੱਲ ਅਜੇ ਤੱਕ ਨਾ ਨਿਕਲਣ ਕਰਕੇ ਅਕਾਲ ਤਖਤ ਸਾਹਿਬ ਤੋਂ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਨਹੀਂ ਇਹਦਾ ਹੱਲ ਕਰ ਸਕਦੇ, ਅਸੀਂ ਨਹੀਂ ਬੁਲਾ ਸਕਦੇ ਉਹਨਾਂ ਨੂੰ ਇੱਥੇ। ਫਿਰ ਸੰਗਤ ਦੀ ਜਾਂ ਸਭਾ ਦੇ ਸੰਗਤ ਦੇ ਧਿਆਨ 'ਚ ਲਿਆਂਦਾ ਗਿਆ ਸੀ ਵੀ ਇਹ ਗੱਲ ਇੱਦਾਂ ਹੋ ਰਹੀ ਹੈ, ਇਹ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਹੁਣ ਇਹਦੇ ਵਿੱਚ ਅਜੇ ਤੱਕ ਕੋਈ ਵੀ ਮਾਮਲੇ ਨੂੰ ਸੁਲਝਾਉਣ ਵਾਸਤੇ ਕੋਈ ਮੀਟਿੰਗ ਨਹੀਂ ਦੁਬਾਰਾ ਬੈਠੀ। ਮੀਟਿੰਗਾਂ ਜੋ ਹੋਈਆਂ ਸੀ 4-5 ਦਫ਼ਤਰ ਦੇ ਅਧਿਕਾਰੀਆਂ ਦੀਆਂ। ਮੈਂ ਇਹ ਗੱਲ ਇੱਥੇ ਤੁਹਾਡੀ ਮੈਂ ਲੰਬੀ ਕਰਨਾ ਚਾਹਾਂਗਾ ਵੀ ਭਾਈ ਮੀਟਿੰਗ ਜਦੋਂ ਹੋਈਆਂ ਦਫ਼ਤਰ ਦੇ ਅਧਿਕਾਰੀਆਂ ਨੇ ਸਗੋਂ ਕੰਮ ਨੂੰ ਨਜਿੱਠ ਲਿਆ ਸੀ, ਕੋਈ ਸ਼ੱਕ ਨਹੀਂ, ਪਰ ਗਿਆਨੀ ਰਣਜੀਤ ਸਿੰਘ ਗੌਰ ਸਾਹਿਬ ਨੇ ਇਹਨੂੰ ਵਿਗਾੜ ਦਿੱਤਾ ਹੈ। ਪਹਿਲਾਂ ਹਰਿਮੰਦਰ ਸਾਹਿਬ ਦੇ ਇਕੱਲੇ ਰਾਗੀਆਂ ਦਾ ਮੁੱਦਾ ਬਣਿਆ ਪਿਆ ਸੀ, ਇਸ ਵੇਲੇ ਹੁਣ ਵਿਸ਼ਵ ਦੇ ਰਾਗੀਆਂ ਦਾ ਮੁੱਦਾ ਗਿਆਨੀ ਰਣਜੀਤ ਸਿੰਘ ਗੌਰ ਨੇ ਬਣਾਇਆ। ਇਸ ਕਰਕੇ ਇਹ ਮਾਮਲਾ ਹੁਣ ਖਿਲਰਿਆ ਪਿਆ ਵਾ। ਇਕੱਠਾ ਕਦੋਂ ਹੁੰਦਾ ਮੈਨੂੰ ਨਹੀਂ ਇਹਦੇ ਬਾਰੇ ਪਤਾ। ਭਾਈ ਸਾਹਿਬ, ਜੋ ਸੱਚਖੰਡ ਸਾਹਿਬ ਨਾਲ ਜੁੜਿਆ ਹੋਇਆ ਮੁੱਦਾ ਸੀਗਾ, ਤੁਹਾਡੇ ਹੰਝੂ ਪੂੰਝਣ ਲਈ ਕੋਈ ਅੱਗੇ ਆਇਆ, ਤੁਹਾਨੂੰ ਗਲੇ ਲਗਾਉਣ ਲਈ ਕੋਈ ਅੱਗੇ ਆਇਆ, ਗਿਲਾ ਸ਼ਿਕਵਾ ਦੂਰ ਕਰਨ ਲਈ ਕਿਸੇ ਨੇ ਹੱਥ ਅੱਗੇ ਵਧਾਇਆ? ਅਜੇ ਤੱਕ ਤੇ ਨਹੀਂ ਜੀ, ਕੱਲ ਦਾ ਪਤਾ ਕੋਈ ਨਹੀਂ। ਉਂਝ ਸਾਨੂੰ ਫੋਨ ਆਏ ਨੇ ਕੁਝ ਕੁ ਜਥੇਬੰਦੀਆਂ ਦੇ, ਤੇ ਅਸੀਂ ਉਹਨਾਂ ਨੇ ਸਾਡੇ ਤੋਂ ਪੁੱਛ ਕੀਤੀ ਹੈ, ਅਸੀਂ ਉਹਨਾਂ ਨੂੰ ਦੱਸੀ ਹੈ ਸਾਰੀ ਗੱਲ। ਚਾਰਾ ਜੋਈ 'ਚ ਲੱਗੇ ਹੋਏ ਨੇ, ਸ਼ਾਇਦ ਆਉਣ ਵਾਲੇ 2-4 ਦਿਨਾਂ 'ਚ ਮਸਲਾ ਹੱਲ ਵੀ ਹੋ ਜਾਏਗਾ। ਅੱਛਾ ਭਾਈ ਸਾਹਿਬ, ਇਸੇ ਨੂੰ ਲੈ ਕੇ ਇੱਕ ਆਖਰੀ ਸਵਾਲ ਹੈਗਾ, ਜਿੱਦ ਕੌਣ ਕਰ ਰਿਹਾ? ਮਤਲਬ ਜਿੱਦ ਤੁਸੀਂ ਕਰ ਰਹੇ ਹੋ ਵੀ ਕੋਈ ਉਹਨਾਂ ਦੇ ਵਿੱਚੋਂ ਕੋਈ ਇੱਦਾਂ ਦਾ ਜਿੱਦੀ ਸਵਾਲ ਆ ਜਾਂਦਾ ਨਾ ਵੀ ਭਾਈ ਜਗਤਾਰ ਸਿੰਘ ਜੀ ਸਾਡੇ ਕੋਲ ਆਉਣ ਤੇ ਸਾਡੇ ਨਾਲ ਕਾ ਕੇ ਤੇ ਗਲੇ ਲਗਾ ਲੈਣ, ਕਿ ਜਾਂ ਉਹ ਕਹਿ ਰਹੇ ਆ ਕਿ ਮੈਂ ਆਉਣਾ ਹੀ ਨਹੀਂ? ਕੋਈ ਇੱਦਾਂ ਦੀ ਗੱਲਬਾਤ ਹੈ ਵਿੱਚ ਸਾਹਮਣੇ? ਅਜੇ ਤੱਕ ਇੱਥੇ ਪਹੁੰਚੇ ਨਹੀਂ ਕਿ ਜਿੱਦ ਤੱਕ ਕੋਈ ਵੀ, ਜਿੱਦ ਤੱਕ ਕੋਈ ਨਹੀਂ, ਕੋਈ ਨਹੀਂ ਜਿੱਦ ਤੱਕ। ਅਸੀਂ ਦੱਸੀ ਆ ਗੱਲ ਉਹਨਾਂ ਨੂੰ, ਸਾਡੇ ਤੱਕ ਕੋਈ ਨਹੀਂ ਆਈ ਵੀ ਉਹ ਜਿੱਦ ਕਰਦੇ ਜਾਂ ਅਸੀਂ ਜਿੱਦ ਕਰਦੇ ਹਾਂ। ਸਾਨੂੰ ਤੋਂ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ, ਅਸੀਂ ਵੀ ਦੱਸਿਆ। ਤੋ ਇਸ ਕਰਕੇ ਇਹ ਜਿਹੜਾ ਮੁੱਦਾ ਵਿਗੜਦਾ ਜਾਂਦਾ ਨਾ, ਇਹ ਕੁਝ ਸ਼ਰਾਰਤੀ ਬੰਦੇ ਜਿਹੜੇ ਬਲ ਦੇ ਤੇਲ ਪਾ ਰਹੇ, ਜਿਵੇਂ ਕਥਾਵਾਚਕ ਮੰਜੀ ਸਾਹਿਬ ਦੀਵਾਨ ਹਾਲ ਤੋਂ ਵੀ ਇੱਕ ਕਥਾਵਾਚਕ ਨੇ ਬੋਲਿਆ ਤੇ ਰਾਗੀ ਸਿੰਘ ਨੂੰ ਮਸੰਦ ਤੱਕ ਕਹਿ ਛੱਡਿਆ। ਦੱਸੋ ਇਤਿਹਾਸ ਵਿੱਚ ਕੋਈ ਰਾਗੀ ਸਿੰਘ ਮਸੰਦ ਹੋਇਆ ਅੱਜ ਤੋਂ ਪਹਿਲਾਂ? ਨਾ ਹੀ ਮਸੰਦ ਰਾਗੀ ਸਿੰਘ ਹੋਇਆ ਤੇ ਨਾ ਹੀ ਕੋਈ ਰਾਗੀ ਮਸੰਦ ਹੋਇਆ, ਇਹ ਤੇ ਸਾਰਾ ਇਤਿਹਾਸ। ਤੋ ਇਸ ਕਰਕੇ ਇਸ ਮੁੱਦੇ ਨੂੰ ਹੱਲ ਤਾਂ ਕੀਤਾ ਜਾ ਸਕਦਾ ਹੈ, ਪਰ ਜੇ ਕਿਤੇ ਇਹ ਦੂਜੇ ਬੰਨੇ ਧਿਰ ਜਿਹੜੀ ਹੈ ਉਹ ਆਪਣੇ ਸਾਰੇ ਉਹਨਾਂ ਬੰਦਿਆਂ ਨੂੰ ਕਹਿਣ ਵੀ ਕੋਈ ਨਾ ਬੋਲੋ। ਅੱਗ 'ਚ ਕਿਉਂ ਕੌਣ ਪਾ ਰਿਹਾ? ਕਿਉਂ ਤੇ ਫਿਰ ਉਹ ਦੱਸ ਸਕਦਾ ਜਿਹੜਾ ਕੋਈ ਬੋਲ ਰਿਹਾ ਵੀ ਕੌਣ ਪਾ ਰਿਹਾ। ਅਜੇ ਤੱਕ ਤੇ ਪਰਦੇ ਪਿੱਛੇ ਹੀ ਹੈ, ਪਰਦੇ ਪਿੱਛੇ। ਕਿਸੇ ਨੂੰ ਇਹਦਾ ਸਵਾਲ ਪਤਾ ਹੁਣ, ਇੱਕ ਮਿੰਟ, ਇਹ ਹੁਣ ਜਾਇਓ ਸਵੇਰੇ ਮੰਜੀ ਸਾਹਿਬ, ਉਸ ਕਥਾਵਾਚਕ ਨੂੰ ਪੁੱਛਿਓ ਵੀ ਤੂੰ ਇਹ ਗੱਲ ਬੋਲੀ ਨਾ ਕੀ ਕਥਾਵਾਚਕ? ਹਰ ਮਿੱਤਰ ਕੇ ਸੁਮਿੱਤਰ ਇਹੋ ਜਿਹਾ ਕੋ ਨਾਮ ਹੈ। ਅੱਛਾ, ਹੁਣ ਤੁਸੀਂ ਜਾ ਕੇ ਉਹਨੂੰ ਪੁੱਛਿਓ ਤੇ ਭਾਈ ਸਾਹਿਬ ਤੁਸੀਂ ਇਹ ਗੱਲ ਬੋਲੀਆਂ, ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਵੀ ਤੁਸੀਂ ਮੰਜੀ ਸਾਹਿਬ ਤੋਂ ਗੁਰੂ ਦੀ ਗੱਲ ਕਰਨ ਵਾਸਤੇ ਬੈਠੇ ਹੋ ਕਿ ਲੋਕਾਂ ਨੂੰ ਭੰਡੀ ਪ੍ਰਚਾਰ ਕਰਨ ਵਾਸਤੇ ਬੈਠੇ ਹੋ? ਜੀ ਭਾਈ ਸਾਹਿਬ, ਇਹਦੇ ਵਿੱਚ ਇੱਕ ਸ਼ੰਕਾ ਖੜੀ ਹੋ ਰਹੀ ਹੈ ਵੀ ਕੌਮ ਹੈ ਜਿਹੜੀ ਇਹਨੂੰ ਖੇਰੂ ਕਰਨ ਵਾਸਤੇ ਕਿਤੇ ਕੋਈ ਸਾਜ਼ਿਸ਼ ਤੇ ਨਹੀਂ? ਦੇਖੋ, ਅਗਰ ਸਾਜ਼ਿਸ਼ ਤੋਂ ਬਿਨਾਂ ਤਾਂ ਕੁਝ ਹੁੰਦਾ ਹੀ ਨਹੀਂ। ਜੇ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਕਿਉਂ ਨਹੀਂ ਹੋ ਰਹੀ, ਕਿਉਂ ਨਹੀਂ ਇਹ ਗੱਲ ਨੂੰ ਵਿਚਾਰਿਆ ਜਾ ਰਿਹਾ?
ਤੇ ਕਿਉਂ ਦੂਜੇ ਬੰਦੇ ਜਿਹੜੇ ਉਹ ਤਖਤਾਂ ਤੋਂ ਬੈਠ ਕੇ ਤੇ ਮੰਜੀ ਸਾਹਿਬ ਦੁਆਨਾਲ ਤੋਂ ਬੈਠ ਕੇ ਇਸ ਗੱਲ ਨੂੰ ਉਭਾਰੀ ਜਾ ਰਹੇ ਨੇ? ਕਦੀ ਸਾਡੇ ਵੱਲੋਂ ਵਾਅਦਾ ਸੁਣਿਆ ਜੀ? ਅਸੀਂ ਕਿੰਨਾ ਪਹਿਲਾਂ ਅਸੀਂ ਬੇਨਤੀਆਂ ਕਰਦੇ ਹਾਂ, ਫਿਰ ਅਸੀਂ ਚਿੱਠੀ ਦੇਣ ਜਾਂਦੇ ਹਾਂ, ਤੇ ਅਸੀਂ ਮੀਡੀਆ ਸਾਨੂੰ ਜ਼ੋਰ ਲਾ ਕੇ ਪੁੱਛਦਾ ਵੀ ਰਿਹਾ। ਅਸੀਂ ਕਹਿੰਦੇ ਰਹੇ ਵੀ ਨਹੀਂ ਭਾਈ, ਸਿੰਘ ਸਾਹਿਬ ਜੋ ਕਰਨਗੇ ਤੁਹਾਨੂੰ ਦੱਸਿਆ ਜਾਊਗਾ। ਅਸੀਂ ਕਿੰਨਾ ਸਹਿਜੇ ਜਾਣ ਕੇ ਫਿਰ ਅਸੀਂ ਦੱਸਦੇ ਹਾਂ ਵੀ ਨਹੀਂ, ਹੁਣ ਸੁਣਵਾਈ ਨਹੀਂ ਜੇ ਸਾਡੀ ਕੋਈ ਹੋ ਰਹੀ, ਤੇ ਆਹ ਗੱਲ ਸੀ। ਤੇ ਭਾਈ ਸਾਹਿਬ, ਪਰ ਉਹ ਉਧਰੋਂ ਉਹ ਦੂਜੇ ਬੰਨਿਓ ਹੁਣ ਗੱਲ ਸਾਰੀ ਨੂੰ ਠੱਪਣਾ ਤੇ ਦੂਰ ਦੀ ਗੱਲ ਹੈ ਵੀ ਉਹ ਤਖਤਾਂ ਤੋਂ ਬੈਠ ਕੇ ਵੀ ਰਾਗੀਆਂ ਨੂੰ ਰਿਕਸ਼ੇ ਫੜਾ ਦੇਣ। ਤਖਤਾਂ ਤੋਂ ਬੈਠ ਕੇ ਉੱਤੇ ਅਸੀਂ ਆ ਰਹੇ ਹਾਂ ਤੁਹਾਡੇ ਕੋਲੋਂ, ਕਿਉਂਕਿ ਉਹ ਸਵਾਲ ਬਹੁਤ ਤਿੱਖਾ ਹੈ ਔਰ ਵੱਡਾ ਹੈ ਔਰ ਪੂਰੀ ਕੌਮ ਵਾਸਤੇ ਬੜਾ ਸ਼ਰਮਸਾਰ ਕਰਨ ਵਾਲਾ ਸੀਗਾ। ਉਹ ਅਸੀਂ ਸਵਾਲ ਜ਼ਰੂਰ ਪੁੱਛਾਂਗੇ। ਸਾਡਾ ਮਨ ਵੀ ਉਸ ਚੀਜ਼ ਨੂੰ ਲੈ ਕੇ ਬਹੁਤ ਦੁਖਦਾਈ ਹੈ, ਦੁਖਿਆ ਹੋਇਆ ਹੈ। ਸਾਡੇ ਮਨ ਦੀ ਆਸਥਾ, ਸਾਡੇ ਦਿਲ ਦੀ ਆਸਥਾ ਜਿਹੜੀ ਉਹਨੂੰ ਠੇਸ ਪਹੁੰਚੀ ਹੈ ਇਸ ਬਿਆਨ ਨੂੰ ਲੈ ਕੇ। ਮੈਂ ਸੰਗਤ ਦਾ ਇੱਕ ਸਵਾਲ ਹੈ ਜਿਹੜਾ ਮੈਂ ਲੈਣਾ ਚਾਹੁੰਦਾ ਕਿ ਜਦੋਂ ਸੱਚਖੰਡ ਦੇ ਰਾਗੀ ਸਿੰਘਾਂ ਦਾ, ਕੀਰਤਨੀਆ ਸਿੰਘਾਂ ਦਾ, ਜਿਨ੍ਹਾਂ ਦਾ ਰੁਤਬਾ ਰੱਬ ਦੇ ਬਰਾਬਰ ਹੈ, ਲੋਕ ਤੁਹਾਡੇ ਚਰਨ ਧੋ ਪੀਂਦੇ ਨੇ। ਜਦੋਂ ਅਸੀਂ ਆਪ ਦੇਖਨੇ, ਸਾਡੇ ਕੈਮਰਿਆਂ 'ਚ ਇਹ ਚੀਜ਼ਾਂ ਕਈ ਵਾਰੀ ਕੈਦ ਹੋਈਆਂ ਨੇ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਦੋਂ ਹਜ਼ੂਰੀ ਰਾਗੀ ਪ੍ਰਦੇਸ਼ਾਂ ਦੀਆਂ ਧਰਤੀ ਤੇ ਜਾਂਦੇ ਨੇ, ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ, ਜਦੋਂ ਪਤਾ ਚੱਲਦਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਨੇ, ਤੇ ਇਹਨਾਂ ਦੇ ਚਰਨਾਂ ਨੂੰ ਲੋਕ ਧੋਂਦੇ ਨੇ, ਸਜਦੇ ਕਰਦੇ ਨੇ ਔਰ ਡੰਡੌਤਾਂ ਕਰਦੇ ਨੇ। ਅਸੀਂ ਆਪਣੀ ਅੱਖੀਂ ਦੇਖਿਆ, ਸਾਡੇ ਕੈਮਰਿਆਂ ਨੇ ਦਿਖਾਇਆ ਹੋਇਆ ਚੈਨਲਾਂ ਦੇ ਉੱਤੇ। ਇਹਨਾਂ ਦਾ ਇੰਨਾ ਮਾਨ ਸਨਮਾਨ ਹੋਵੇ, ਇੰਨਾ ਰੁਤਬਾ ਹੋਵੇ, ਤੇ ਜੇ ਤੁਹਾਡੇ ਨਾਲ ਇਹ ਹਸ਼ਰ ਹੋ ਰਿਹਾ ਤੇ ਆਮ ਸਿੱਖ ਦਾ ਹਾਲ ਕੀ ਹੁੰਦਾ ਹੋਵੇਗਾ? ਇਹ ਸਵਾਲ ਹੈ। ਦੇਖੋ, ਜਿੱਥੋਂ ਤੱਕ ਹੈਗਾ ਸਾਡਾ ਜਾਤੀ ਤੌਰ ਤੇ ਭਈ ਅਸੀਂ ਬੇਨਤੀ ਕੀਤੀ, ਸਾਡੀ ਸੁਣਵਾਈ ਨਹੀਂ ਹੋਈ ਜੀ। ਉੱਥੇ ਸਿੰਘ ਸਾਹਿਬ ਜੀ ਨੇ ਇਹ ਅਸਮਰੱਥਾ ਪ੍ਰਗਟਾਈ ਹੈ ਜੀ ਕਿ ਮੈਂ ਸਿੰਘ ਸਾਹਿਬ ਜੀ ਨੂੰ ਨਹੀਂ ਪੁੱਛ ਸਕਦਾ, ਕਿਉਂਕਿ ਉਹ ਮੇਰੇ ਤੋਂ ਵੱਡੀ ਪੋਸਟ ਨੇ। ਇਸ ਕਰਕੇ ਸਾਡਾ ਮਾਮਲਾ ਲਟਕ ਗਿਆ। ਹੁਣ ਦੂਜੇ ਮਾਮਲਿਆਂ ਵਿੱਚ ਕੀ ਪੱਖ ਹੁੰਦਾ, ਕੀ ਨਹੀਂ ਹੁੰਦਾ, ਇਹ ਤੇ ਮੈਂ ਨਹੀਂ ਨਾ ਕਹਿ ਸਕਦਾ ਵੀ ਸੁਣਵਾਈ ਹੋਊ ਕਿ ਨਹੀਂ ਹੋਊਗੀ। ਜੀ, ਇਹ ਕਾਰਨ ਹੈ ਦੋਵਾਂ ਦਾ ਵੱਖ-ਵੱਖ ਹੋਣਾ। ਜੀ, ਹੁਣ ਅਸੀਂ ਜਾ ਰਹੇ ਜਿਹੜਾ ਪਟਨਾ ਸਾਹਿਬ ਵਾਲੇ ਪਾਸੇ। ਪਟਨਾ ਸਾਹਿਬ ਦੇ ਵਿੱਚ ਜੋ ਜਥੇਦਾਰ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਭਾਈ ਰਣਜੀਤ ਸਿੰਘ ਜੀ, ਸੰਤ ਮਸਕੀਨ ਸਿੰਘ ਜੀ ਦੀ ਉਹਨਾਂ ਨੇ ਸੰਗਤ ਕੀਤੀ ਹੋਈ ਹੈ। ਸੰਤ ਮਸਕੀਨ ਜੀ ਤੇ ਮਸਕੀਨ ਸੀ, ਉਹਨਾਂ ਨੇ ਹੱਕ ਸੱਚ ਤੇ ਪਹਿਰਾ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪਟਨਾ ਸਾਹਿਬ ਵਾਲੇ ਜਥੇਦਾਰ ਸਾਹਿਬ ਨੇ, ਉਹਨਾਂ ਦੇ ਜੋ ਬੋਲ ਕੁਬੋਲ ਉਹਨਾਂ ਦੇ ਮੂੰਹ ਚੋਂ ਨਿਕਲੇ ਨੇ, ਜਿਹੜੀ ਸਿੱਖ ਸੰਗਤ ਨੇ ਪ੍ਰਵਾਨ ਨਹੀਂ ਕੀਤੇ, ਤੁਹਾਡੇ ਵਾਸਤੇ ਰੇੜੀਆਂ, ਰਿਕਸ਼ੇ ਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਐਸੀ ਸ਼ਬਦਾਵਲੀ ਵਰਤੀ ਹੈ ਜਿਹੜੀ ਉਹਨਾਂ ਦੇ ਬੋਲਾਂ 'ਚ, ਉਹਨਾਂ ਦੀ ਰਸਨਾ ਤੋਂ ਸ਼ੋਭਾ ਦਿੰਦੀ ਹੀ ਨਹੀਂ। ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ? ਮੇਰੇ ਨਜ਼ਰੀਏ ਨਾਲ ਤਾਂ ਕੁਝ ਨਹੀਂ ਹੋਣਾ। ਸਾਰੀ ਸਿੱਖ ਸੰਗਤ ਹੀ ਉਸ ਨੂੰ ਬੜੀ ਮਾੜੀ ਨਜ਼ਰ ਨਾਲ ਦੇਖ ਰਹੀ ਹੈ ਭਈ ਇਸ ਟਾਈਮ ਤੇ ਸਗੋਂ ਕਲਾਵੇ 'ਚ ਲੈਣ ਦੀ ਲੋੜ ਹੁੰਦੀ ਹੈ। ਜਿਹੜੇ ਤਖਤਾਂ ਦੇ ਜਥੇਦਾਰ ਹੁੰਦੇ ਆ, ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕੌਮ ਨੂੰ ਕਿਵੇਂ ਇਕੱਠਿਆ ਰੱਖਿਆ ਜਾਵੇ। ਪਰ ਜੇ ਜਿਨ੍ਹਾਂ ਨੇ ਇਕੱਠੇ ਰੱਖਣਾ ਉਹੋ ਹੀ ਖਲਾਰਾ ਪਾਉਣ ਦੇ ਬਿਆਨ ਦੇਣਗੇ ਤਾਂ ਕੌਮ ਕਿੱਦਾਂ ਇਕੱਠੀ ਰਹਿ ਸਕਦੀ ਹੈ? ਹੁਣ ਉਹਨਾਂ ਨੇ ਇਹ ਬਿਆਨ ਬਿਨਾਂ ਵਜ੍ਹਾ ਦੇ ਛੱਡਿਆ ਕਿ ਰਾਗੀ ਸਿੰਘ ਜੇ ਰਿਕਸ਼ਾ ਚਲਾ ਲੈਣ ਜਾਂ ਰਾਗੀ ਸਿੰਘ ਗਿੱਟਿਆਂ ਦੇ ਫੋਨ ਰੱਖਦੇ ਨੇ, ਜਦ ਕਿ ਫੋਨ ਦੀਆਂ ਫੋਟੋਆਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਿਆਂ ਦੀਆਂ ਉਹਨਾਂ ਦੀਆਂ ਵਾਇਰਲ ਹੋ ਰਹੀਆਂ ਨੇ ਕਿ ਆਪ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਫੋਨ ਗਿੱਟਿਆਂ 'ਤੇ ਰੱਖ ਕੇ ਤੇ ਵੀਡੀਓ ਬਣਾ ਰਹੇ ਨੇ। ਔਰ ਰਾਗੀ ਸਿੰਘ, ਅਸੀਂ ਤਾਂ ਦਰਬਾਰ ਸਾਹਿਬ ਕਦੀ ਫੋਨ ਵਰਤੇ ਨਹੀਂ ਹੈ। ਤੁਸੀਂ ਵੇਖਿਆ ਕਦੀ? ਸਾਨੂੰ ਤੁਸੀਂ ਦੱਸੋ। ਹਰਿਮੰਦਰ ਸਾਹਿਬ 'ਚ ਚੱਲ ਰਹੇ ਨੇ, ਕੈਮਰੇ ਚੱਲਦੇ ਨੇ, ਲਾਈਵ ਚੱਲ ਰਿਹਾ ਹੈ। ਜਦੋਂ ਕੋਈ ਐਸੀ ਗੱਲ ਹੀ ਨਹੀਂ, ਬਿਨਾਂ ਐਵੀਡੈਂਸ ਦੇ, ਬਿਨਾਂ ਸਬੂਤ ਦੇ ਆਪਣੇ ਹੀ ਕੌਮ ਦੇ ਮਹਾਨ ਕੀਰਤਨੀਏ ਜਿਹੜੇ ਨੇ ਉਹਨਾਂ ਨੂੰ ਬਦਨਾਮ ਕਰਨਾ ਕਿਉਂ? ਫਿਰ ਜੇ ਅਸੀਂ ਅੰਦਰ ਨਹੀਂ ਰੱਖਦੇ, ਪਤਾ ਹੈ ਸਭ ਨੂੰ, ਤੇ ਜੇ ਭਲਾ ਬਾਹਰ ਕੋਈ ਬੰਦਾ ਰੱਖ ਵੀ ਲੈਂਦਾ, ਫਰਜ਼ ਕਰ ਲਓ ਕਿਸੇ ਬੰਦੇ ਨੂੰ ਤੁਸੀਂ ਅਚਾਨਕ ਕਹਿੰਦੇ ਹੋ ਵੀ ਆਹ ਸ਼ਬਦ ਸੁਣਾਓ ਜੀ ਸਾਨੂੰ, ਕਿਸ ਦੀ ਇੱਛਾ ਬਣ ਗਈ ਹੈ, ਤੇ ਜੇ ਭਲਾ ਕਿਸੇ ਨੇ ਵਾਜੇ ਤੇ ਫੋਨ ਰੱਖ ਕੇ ਉਹ ਸ਼ਬਦ ਪੜ੍ਹ ਦਿੱਤਾ ਤੇ ਇਹਦੇ 'ਚ ਹਰਜ ਕੀ ਹੈ? ਇਹ 'ਚ ਕੋਈ ਬੱਜਰ ਕਰਾਇਤ ਤੇ ਨਹੀਂ। ਇਹਦੇ ਵਿੱਚ ਮੈਨੂੰ ਇਹ ਦੱਸੋ ਭਈ ਜੇ ਪੜ੍ਹ ਦਿੱਤਾ ਗਿਆ ਸ਼ਬਦ ਤੇ ਉਹਦੇ ਵਿੱਚ ਸਤਿਕਾਰ ਕਿੱਦਾਂ ਘਟਿਆ? ਉਹ ਸ਼ੁੱਧ ਪੜ੍ਹਿਆ ਗਿਆ, ਭੁੱਲਣ ਤੋਂ ਬਿਨਾਂ ਪੜ੍ਹਿਆ ਗਿਆ। ਹੁਣ ਅਚਾਨਕ ਕੋਈ ਸਾਨੂੰ ਸ਼ਬਦ ਕਹਿ ਦੇਵੇ ਤੇ ਜੇ ਨਾ ਪੜ੍ਹਿਆ ਜਾਵੇ, ਪੂਰਾ ਭੁੱਲ ਜਾਏ ਤੇ ਉਹ ਠੀਕ ਹੈ। ਹਾਂਜੀ, ਦੂਜੀ ਬੇਨਤੀ ਇਸ ਤਰ੍ਹਾਂ ਹੈ ਭਈ ਇਸ ਵੇਲੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ 2 ਵਾਰ, 1 ਵਾਰ ਨਹੀਂ 2 ਵਾਰ ਉੱਥੇ ਸਥਾਨ ਤੋਂ ਬੈਠ ਕੇ ਪਹਿਲਾਂ ਕਿਹਾ ਰਿਕਸ਼ੇ ਚਲਾ ਲਓ, ਹੁਣ ਕਹਿੰਦਾ ਮੇਰੇ ਵੱਲੋਂ ਭਾਵੇਂ ਜਹਾਜ਼ ਚਲਾ ਲਓ। ਤੁਸੀਂ ਸਮਝੋ ਵੀ ਜਹਾਜ਼ ਐਵੇਂ ਚੱਲ ਜਾਂਦਾ?
ਇੱਕ ਇਹਨੂੰ ਕੀ ਕਹਿ ਸਕਦੇ ਹਾਂ, ਹੈ ਤਾਂ ਜਥੇਦਾਰ ਸਾਹਿਬ ਸ੍ਰੀ ਪਟਨਾ ਸਾਹਿਬ ਤੇ ਸਾਡੀ ਰਸਨਾ ਤੋਂ ਅਸੀਂ ਨਹੀਂ ਚਾਹੁੰਦੇ ਕੋਈ ਐਸਾ ਲਫ਼ਜ਼ ਨਿਕਲੇ, ਕਿਉਂਕਿ ਅਸੀਂ ਜਿਹੜੇ ਉਹ ਪਦਵੀ ਹੈ ਨਾ ਜਥੇਦਾਰ ਸਾਹਿਬ ਵਾਲੀ, ਅਸੀਂ ਉਹਨੂੰ ਸਨਮਾਨਜਨਕ ਨਜ਼ਰ ਨਾਲ ਦੇਖਦੇ ਹਾਂ, ਅਸੀਂ ਉਹਦਾ ਬਹੁਤ ਸਤਿਕਾਰ ਕਰਦੇ ਹਾਂ। ਪਰ ਅਗਰ ਬੋਲਾਂ ਦੀ ਗੱਲ ਕਰੀਏ ਤਾਂ ਜਥੇਦਾਰ ਵਾਲੀ ਝਲਕ ਨਹੀਂ ਕਿਤੇ ਪਈ ਉਹਨਾਂ ਬੋਲਾਂ 'ਚ। ਤੁਸੀਂ ਦੇਖੋ, ਉਹ ਕਹਿੰਦੇ ਨੇ ਮੰਡੀਕਰਨ ਕਰਤਾ, ਏਅਰਪੋਰਟ ਨਾਲ ਹੁਣ ਤੇਰਾ ਕੀ ਕੀਰਤਨ ਕਰਨ ਨਹੀਂ ਜਾਂਦੇ। ਤੁਸੀਂ ਮੈਂ ਇਹ ਦੱਸੋ, ਅਸੀਂ ਲੋਕ ਤਾਂ ਜਦੋਂ ਘਰਾਂ ਤੋਂ ਜਾਂਦੇ ਹਾਂ, ਸਾਡੀ ਆਪਣੀ ਗੱਡੀ ਹੁੰਦੀ ਆ, ਤੇਲ ਵੀ ਪਾਉਣਾ, ਸਭ ਕੁਝ ਕਰਨਾ ਹੈ ਨਾ। ਉਹਨਾਂ ਨੇ ਜਾਣਾ ਵੀ ਕਮੇਟੀ ਦੇ ਪੈਸੇ ਤੇ, ਟਿਕਟਾਂ ਵੀ ਕਮੇਟੀ ਦੀਆਂ, ਰਹਿਣਾ ਸਹਿਣਾ ਆਉਣਾ ਜਾਣਾ ਸਾਰਾ ਕਮੇਟੀ ਦਾ। ਹੁਣ ਉਹਨਾਂ ਦਾ ਤੇ ਸਾਡੇ 'ਚ ਕੀ ਫਰਕ ਹੈ ਵੀ ਅਸੀਂ ਜੇ ਕਿਤੇ ਜਾਵਾਂਗੇ ਤੇ ਅਸੀਂ ਰਹਿਣ ਦਾ ਪ੍ਰਬੰਧ ਵੀ ਆਪ ਕਰਦੇ ਫਿਰਨਾ। ਸਾਨੂੰ ਤਾਂ ਕਈ ਵਾਰੀ ਐਸੀਆਂ ਥਾਵਾਂ ਤੇ ਵੀ ਜਾਣ ਦਾ ਮੌਕਾ ਮਿਲਿਆ ਵੀ ਜਿੱਥੇ ਨਹੀਂ ਵੀ ਯੋਗ ਪ੍ਰਬੰਧ, ਅਸੀਂ ਤੇ ਫਿਰ ਵੀ ਟਾਈਮ ਪਾਸ ਕਰਕੇ ਆਉਨੇ। ਕਦੀ ਸਿੰਘ ਸਾਹਿਬ ਨੂੰ ਤੇ ਅਸੀਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰ ਭਾਈ ਸਾਹਿਬ, ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਨਾ ਗੱਲਬਾਤ ਦੇ ਦੌਰਾਨ ਇਹ ਗੱਲ ਕਹੀ ਹੈ ਕਿ ਮੈਂ ਆਪਣੇ ਸ਼ਬਦ ਵਾਪਸ ਨਹੀਂ ਲਵਾਂਗਾ, ਜਦ ਕਿ ਉਹਨਾਂ ਨੂੰ ਬੇਨਤੀ ਕੀਤੀ ਸੰਗਤ ਨੇ ਕਿ ਇਹ ਸ਼ਬਦ ਤੁਹਾਨੂੰ ਜੱਚਦੇ ਨਹੀਂ, ਵਾਪਸ ਲਓ। ਉਹ ਆਪਣੇ ਸ਼ਬਦ ਕਹਿੰਦੇ ਕਿ ਜੋ ਮੈਂ ਬੋਲ ਰਿਹਾ ਸਹੀ ਹੈ, ਉਸ ਗੱਲ ਤੇ ਆਪਣੀ ਕੀਤੀ ਹੋਈ ਟਿੱਪਣੀ ਤੇ ਕਾਇਮ ਨੇ। ਦੇਖੋ, ਕੀਤੀ ਹੋਈ ਟਿੱਪਣੀ ਤੇ ਕਾਇਮ ਰਹਿਣ ਜਾਂ ਜੋ ਮਰਜ਼ੀ, ਇਹਦੇ ਨਾਲ ਮੇਰਾ ਚਲੋ ਬਹੁਤਾ ਵਿਸ਼ਾ ਨਹੀਂ ਹੈ, ਇਹ ਤਾਂ ਸੰਗਤ ਨੇ ਫੈਸਲਾ ਕਰਨਾ। ਪਰ ਦੇਖੋ, ਉਹਨਾਂ ਨੇ ਇੱਕ ਕਿੱਡੀ ਵੱਡੀ ਗੱਲ ਕਹਿਤੀ, ਕਹਿੰਦੇ ਮੈਂ ਹਰਿਮੰਦਰ ਸਾਹਿਬ ਦੇ ਰਾਗੀਆਂ ਨੂੰ ਨਹੀਂ ਆਖਿਆ ਤੇ ਮੈਂ ਤੇ ਬਾਹਰ ਦੇ ਰਾਗੀਆਂ ਨੂੰ ਆਖਿਆ। ਤੇ ਉਹ ਕਿਉਂ ਆਖਿਆ? ਕਹਿੰਦੇ ਵੀ ਉਹ 5 ਲੱਖ ਭੇੜਾ ਲੈਂਦੇ ਨੇ ਤੇ 500 ਦੀ ਰਸੀਦ ਕਟਾਉਂਦੇ। ਚੋਰ ਨਹੀਂ ਕਹਿਤਾ ਫਿਰ ਸਿੱਧਾ ਉਹਨਾਂ ਨੇ, ਤਖਤ ਤੋਂ ਬਹਿ ਕੇ ਚੋਰ ਨਹੀਂ ਆਖਿਆ। ਇਹਦਾ ਕੀ ਮਤਲਬ ਕੱਢਦੇ ਹੋ ਤੁਸੀਂ? ਕੌਮ ਦੇ ਕੀਰਤਨੀਆਂ ਦੇ ਉੱਤੇ ਬਹੁਤ ਵੱਡਾ ਇੱਕ ਉਹਨਾਂ ਨੇ ਸਵਾਲ, ਕੁਐਸਚਨ ਮਾਰਕ, ਔਰ ਖਾਸ ਕਰਕੇ ਧੱਬਾ, ਅਸੀਂ ਧੱਬਾ ਕਹਾਂਗੇ, ਉਹਨਾਂ ਨੇ ਉਹਨਾਂ ਨੂੰ ਚੋਰ ਸਾਬਤ ਕਰ ਦਿੱਤਾ। ਔਰ ਹੁਣ ਵੇਖੋ, ਉਸੇ ਹੀ ਤਖਤ ਦੇ ਰਾਗੀ ਜਿਹੜੇ ਆ, ਜਿਨ੍ਹਾਂ ਨੂੰ ਕਹਿੰਦੇ ਨਹੀਂ ਮੇਰੇ ਆਪਣੇ ਆ, ਮੇਰੇ ਨਾਲ ਨੇ ਸਾਰੇ, ਉਸੇ ਹੀ ਤਖਤ ਦੇ ਰਾਗੀ ਕੱਲ੍ਹ ਰਾਤ ਦੇ ਪਟਨਾ ਸਾਹਿਬ ਦੇ ਸਾਰੇ ਰਾਗੀ ਇਕੱਠੇ ਹੋ ਕੇ ਤੇ ਉਹਨਾਂ ਨੂੰ ਕਹਿ ਰਹੇ ਕਿ ਆਪਦੇ ਸ਼ਬਦ ਵਾਪਸ ਲਓ, ਸਾਨੂੰ ਪ੍ਰਵਾਨ ਨਹੀਂ ਨੇ। ਤੇ ਹੁਣ ਦੱਸੋ ਭਈ ਇੱਕ ਬੰਨੇ ਉਹਨਾਂ ਦੇ ਜਥੇਦਾਰ ਦੇ ਹੀ ਜਿਹੜੇ ਤਖਤ ਦੇ ਅੰਦਰ ਰਾਗੀ ਉਹ ਵੀ ਵਿਰੋਧ 'ਚ ਹੋ ਗਏ, ਦੂਜੇ ਬੰਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਸਾਹਿਬਾਨ ਬਲਦੇਵ ਸਿੰਘ ਜੀ ਚੂੰਗਾ, ਸਾਡੀ ਗੱਲ ਤੇ ਕੋਈ ਯਕੀਨ ਕਰਦਾ ਜਾਂ ਨਾ ਕਰਦਾ, ਉਹ ਗੱਲ ਇੱਕ ਅਲੱਗ ਵਿਸ਼ਾ ਸੀਗਾ। ਪਰ ਮੈਂਬਰ ਚੂੰਗਾ ਸਾਹਿਬ ਬਿਆਨ ਦੇ ਰਹੇ ਨੇ ਕਿ ਮੈਂ ਵੀ ਹੈੱਡ ਗ੍ਰੰਥੀ ਸਾਹਿਬ ਦੇ ਕਮਰੇ 'ਚ ਗਿਆ ਵਾਂ ਤੇ ਮੇਰੇ ਨਾਲ ਬਹੁਤ ਤਲਖੀ ਨਾਲ ਉਹਨਾਂ ਨੇ ਪੇਸ਼ ਆਏ ਨੇ ਤੇ ਬਹੁਤ ਜ਼ਿਆਦਾ ਉਹਨਾਂ ਨੇ ਮੇਰੇ ਨਾਲ ਵਿਹਾਰ ਮਾੜਾ ਕੀਤਾ। ਇਹ ਬਲਦੇਵ ਸਿੰਘ ਚੂੰਗਾ ਜੀ ਦੇ ਔਨ ਰਿਕਾਰਡ ਬਿਆਨ ਨੇ। ਇਹ ਮੈਂਬਰ ਨੇ ਐਸਜੀਪੀਸੀ, ਇਹ ਮੈਂਬਰ ਨੇ, ਮੌਜੂਦਾ ਹੈ ਜੀ। ਉਹਨਾਂ ਨੂੰ ਗੁਰੂ ਦਾ ਭਉ ਸੀ, ਗੁਰੂ ਦਾ ਡਰ ਸੀ, ਮਰਿਆਦਾ ਦਾ ਡਰ ਸੀ, ਔਰ ਉਹਨਾਂ ਐਸੀਆਂ ਰੂਹਾਂ ਹੈ ਨੇ, ਰੰਗ ਰਤੀਆਂ ਐਸੀਆਂ ਰੂਹਾਂ ਹੈ ਨੇ। ਇਹ ਨਹੀਂ ਕਿ ਐਸਜੀਪੀਸੀ ਦੇ ਵਿੱਚ ਸਾਰੇ ਦੇ ਸਾਰੇ ਜਿਨ੍ਹਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਦੋਸ਼ ਨੇ, ਆਰੋਪ ਨੇ, ਇਲਜ਼ਾਮ ਨੇ, ਜ਼ਰੂਰੀ ਨਹੀਂ ਹੈ। ਬਹੁਤ ਸਾਰੀਆਂ ਰੰਗ ਰਤੀਆਂ ਰੂਹਾਂ ਹੈਗੀਆਂ ਨੇ, ਗੁਰਾਂ ਦੇ ਭਉ 'ਚ ਰਹਿਣ ਵਾਲੀਆਂ, ਜਿੰਨੇ ਵੀ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਨੇ, ਕੀਰਤਨੀਏ ਸਿੰਘ ਨੇ, ਗ੍ਰੰਥੀ ਸਿੰਘ ਨੇ, ਸਭ ਦਾ ਸਤਿਕਾਰ ਕਰਨ ਵਾਲੀਆਂ। ਸੋ ਬੜੀ ਅੱਛੀ ਇੱਕ ਤੁਸੀਂ ਖਬਰ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇਸ ਦਾ ਫਿਰ ਦੁੱਖ ਜਿਹੜਾ ਸੀ, ਜਿੱਥੇ ਪਟਨਾ ਸਾਹਿਬ ਦੇ ਰਾਗੀਆਂ ਨੂੰ ਹੋਇਆ, ਉੱਥੇ ਇਹ ਦੁੱਖ ਸਮੁੱਚੇ ਸਿੱਖ ਜਗਤ ਦੇ ਰਾਗੀ ਭਾਈਚਾਰੇ ਨੂੰ ਹੋਇਆ। ਔਰ ਸਾਡੇ ਬਹੁਤ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ, ਮੈਂ ਉਹਨਾਂ ਤੱਕ ਵੀ ਕਿੰਨਾ ਦੁੱਖ ਉਹਨਾਂ ਤੱਕ ਆ ਰਿਹਾ। ਬਿਲਕੁਲ, ਮੈਂ ਹੁਣ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹ ਰਿਹਾ। ਹੁਣੇ ਤੁਸੀਂ ਭਾਈ ਜਗਤਾਰ ਸਿੰਘ ਜੀ ਦਾ ਜਿਵੇਂ ਜ਼ਿਕਰ ਕੀਤਾ, ਮੈਂ ਤੁਹਾਡੇ ਕੋਲ ਪੁੱਛਾਂਗੇ, ਤੁਹਾਡੇ ਅੰਦਰ ਇਹ ਹਿੰਮਤ, ਇਹ ਐਨਰਜੀ, ਇਹ ਕਿੱਥੋਂ ਆਈ ਕਿ ਤੁਸੀਂ ਆਪਣਾ ਗਿਲਾ ਸ਼ਿਕਵਾ ਮੀਡੀਆ ਦੇ ਵਿੱਚ ਲੈ ਕੇ ਆਏ? ਔਰ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਕੋਈ ਬਹੁਤ ਵੱਡਾ, ਔਰ ਇਕੱਲਾ ਤੁਹਾਨੂੰ ਹੀ ਨਹੀਂ, ਬਹੁਤ ਸਾਰੇ ਐਸੇ ਹੋਰ ਵੀ ਕੀਰਤਨੀ ਹੈ ਜਿਨ੍ਹਾਂ ਨੂੰ ਆਵਾਜ਼ ਬੁਲੰਦ ਕਰਨ 'ਤੇ ਖਮਿਆਜ਼ਾ ਭੁਗਤਣਾ ਵੀ ਪੈ ਸਕਦਾ। ਤੇ ਤੁਹਾਨੂੰ ਕੀ ਲੱਗਦਾ, ਜੇ ਭੁਗਤਣਾ ਪਿਆ ਤਾਂ ਕੀ ਹੋਏਗਾ? ਤਿਆਰ ਹੋ ਭਾਈ ਸਾਹਿਬ? ਜੇ ਫੈਸਲੇ ਨਾ ਮਤਲਬ ਇੱਦਾਂ ਨਹੀਂ ਹੁੰਦਾ ਕਿ ਭੁਗਤਣਾ ਪਿਆ, ਅਸੀਂ ਤਾਂ ਪਹਿਲਾਂ ਹੀ ਸੋਚ ਕੇ ਹੁਣ ਤੁਰ ਪਏ ਸੀ। ਭਈ ਤੁਸੀਂ ਕਿਹਾ ਹਿੰਮਤ ਕਿੱਥੋਂ ਆਈ? ਹਿੰਮਤ ਨਹੀਂ ਆਈ ਕੋਈ। ਇਹ ਤਾਂ ਬਹੁਤ ਚਿਰ ਦੀ, ਜਿੱਦਾਂ ਕੋਈ ਬੰਦਾ ਕਿਸੇ ਚੁੱਲ੍ਹੇ ਦੇ ਥੱਲੇ ਅੱਗ ਡਾਈ ਜਾਂਦਾ ਤੇ ਬਾਲਾ ਆਉਂਦਾ ਹੀ ਹੈ ਇੱਕ ਟਾਈਮ 'ਤੇ। ਹੁਣ ਕੋਈ ਬੰਦਾ ਰੋਜ਼ ਸਾਨੂੰ ਮਤਲਬ ਸਿੰਘ ਸਾਹਿਬ ਹੈੱਡ ਗ੍ਰੰਥੀ ਟੋਕੀ ਗਏ, ਇੱਕ ਦਾ ਦੁੱਖ ਇਕੱਠਾ ਹੋਇਆ, ਦੂਜੇ ਨਾਲ, ਦੂਜੇ ਦਾ ਹੋਇਆ, ਤੀਜੇ ਨਾਲ। ਹੁਣ ਤੁਸੀਂ ਜਾ ਕੇ ਸ਼੍ਰੋਮਣੀ ਰਾਗੀ ਸਭਾ ਦਾ ਪੇਜ ਦੇਖੋ ਵੀ ਉਸ ਪੇਜ ਤੇ ਮੈਂ ਇਕੱਲਾ ਥੋੜ੍ਹੀ ਬੋਲਿਆ ਸੀਗਾ, ਸਮੁੱਚੇ ਰਾਗੀ ਭਾਈਚਾਰੇ ਨੇ ਆਪਣੇ ਆਪਣੇ ਦੁੱਖ ਦੱਸੇ ਨੇ, ਔਰ ਕਿਸ ਤਰ੍ਹਾਂ ਦੱਸੇ ਨੇ ਇਹ ਤੁਸੀਂ ਆਪ ਦੇਖ ਲਓ। ਤਾਂ ਉਹ ਅਸੀਂ ਇਹ ਹਿੰਮਤ ਨਹੀਂ ਆ, ਇਹ ਮਜਬੂਰੀ ਸੀ ਸਾਡੀ ਭਾਈ ਸਾਹਿਬ। ਭਈ ਹੁਣ ਸਾਡੇ ਕੋਲ ਬਰਦਾਸ਼ਤ ਕਰਨ ਤੋਂ ਬਾਹਰ ਹੋ ਗਿਆ ਸੀ। ਅਸੀਂ ਕੋਈ ਐ ਨਹੀਂ ਕਿ ਲੜਨ ਦੇ ਮੂਡ 'ਚ ਗਏ ਹਾਂ ਜਾਂ ਕਿਸੇ ਨੂੰ ਬੇਇੱਜ਼ਤ ਕਰਨ ਦੇ ਮੂਡ 'ਚ ਗਏ, ਨਹੀਂ। ਅਸੀਂ ਬਹੁਤ ਸਟੈਪ ਸਲੋ ਧਰਿਆ ਕਿ ਇੱਥੇ ਵੀ ਨਿਬੜ ਜੇ, ਇੱਥੇ ਵੀ ਕੰਮ ਰੁਕ ਜੇ। ਪਰ ਇਹਦਾ ਨਾ ਰੁਕਣਾ ਹੀ
ਤੁਹਾਨੂੰ ਲੱਗਦਾ ਕਿ ਅਸੀਂ ਹਿੰਮਤ ਕਰ ਬੈਠੇ ਹਾਂ। ਸਾਡੀ ਕੋਈ ਇੱਦਾਂ ਦੀ ਕੀ ਹਿੰਮਤ ਹੈ ਵੀ ਅਸੀਂ ਹੈੱਡ ਗ੍ਰੰਥੀ ਹੋਵੇ ਜਾਂ ਹਰਿਮੰਦਰ ਸਾਹਿਬ ਦੀ ਕੋਈ ਗੱਲ ਨੂੰ ਬਾਹਰ ਲਿਆਈਏ। ਇਹ ਸਾਡੀ ਮਜਬੂਰੀ ਹੈ, ਸਾਡੀ ਹਿੰਮਤ ਨਾ ਕੋਈ ਸਮਝੋ ਭਾਜੀ। ਜੀ ਅਸੀਂ ਇਹ ਕਹੀਏ ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਹੁਣ ਫਿਰ ਸਹਾਰਾ ਇਦਾਂ ਹੀ ਕਹਿ ਸਕਦੇ ਆ ਤੁਸੀਂ। ਤੋ ਚਲੋ ਫਿਰ ਵੀ ਕਿਉਂਕਿ ਕੀ ਕਹਿੰਦੇ ਨਾ, ਮਰਦਾ ਆਖਿਰ ਕੀ ਨਾ ਕਰਦਾ। ਸੋ ਆਖਰੀ ਦੇ ਵਿੱਚ ਵੀ ਨਾ ਬੰਦੇ ਨੂੰ ਜਦੋਂ ਸਾਰੇ ਪਾਸੇ ਸਿਰਾਂ ਤੋਂ ਪਾਣੀ ਲੰਘ ਜਾਵੇ, ਭਾਵੇਂ ਤੈਰਨਾ ਨਾ ਵੀ ਆਉਂਦਾ ਹੋਵੇ, ਫਿਰ ਬੰਦਾ ਹੱਥ ਪੱਲਾ ਜਾਨ ਬਚਾਉਣ ਵਾਸਤੇ ਜ਼ਰੂਰ ਮਾਰਦਾ ਹੈਗਾ। ਸੋ ਇਦਾਂ ਹੀ ਹੋਇਆ। ਪਰ ਤੁਹਾਨੂੰ ਹੁਣ ਮੌਜੂਦਾ ਜਿੰਨੇ ਵੀ ਰਾਗੀ ਸਿੰਘ ਜੀ, ਤੁਹਾਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ, ਬਰਖਾਸਤ ਕਰ ਦਿੱਤਾ ਗਿਆ ਜਾਂ ਰੋਕ ਦਿੱਤਾ ਗਿਆ? ਮੌਜੂਦਾ ਹਾਲਾਤ ਕੀ ਨੇ ਤੁਹਾਡੇ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਜੀ। ਦਫ਼ਤਰ ਸਾਡੇ ਨਾਲ, ਜੀ ਜੀ, ਅਸੀਂ ਦਫ਼ਤਰ ਦਾ ਸਤਿਕਾਰ ਕਰਦੇ ਹਾਂ ਜੀ ਜੀ, ਔਰ ਸਾਰੇ ਦਫ਼ਤਰ ਦੇ ਨਾਲ ਸਾਡਾ ਕਿਸੇ ਕਿਸਮ ਦਾ ਵਿਵਾਦ ਨਹੀਂ ਹੈ। ਨਾ ਪ੍ਰਧਾਨ, ਸੈਕਟਰੀ, ਨਾ ਮੈਨੇਜਰ ਸਾਹਿਬ, ਨਾ ਸਕੱਤਰ, ਕਿਸੇ ਨਾਲ ਵੀ ਸਾਡਾ ਕੋਈ ਵਿਵਾਦ ਨਹੀਂ ਹੈ। ਔਰ ਇਹ ਇੰਜ ਨਹੀਂ ਹੈ ਵੀ ਅਸੀਂ ਡਿਊਟੀ ਤੋਂ ਬਾਹਰ ਹੋ ਗਏ ਜਾਂ ਸਾਨੂੰ ਕਿਸੇ ਨੇ ਕੱਢਤਾ ਵਾ, ਪਰ ਉਂਝ ਇਹ ਲਿਸਟ ਬਣਾਉਣ ਦੀ ਜਿਹੜੀ ਡਿਊਟੀ ਉਹ ਹੈੱਡ ਗ੍ਰੰਥੀ ਸਾਹਿਬ ਦੇ ਹੱਥ ਵਿੱਚ ਹੈ। ਜਿੱਥੇ ਸਾਡੀਆਂ ਡਿਊਟੀਆਂ 4-4 5-5 ਹੁੰਦੀਆਂ ਸੀਗੀਆਂ, ਉੱਥੇ ਹੁਣ ਡਿਊਟੀਆਂ ਜਿਹੜੀਆਂ ਇੱਕ ਰਹਿ ਗਈ ਹੈ ਜੀ। ਉਹ ਕਿੰਨਾ ਕੁ ਚਿਰ ਰਹਿੰਦੀ ਹੈ ਮੈਨੂੰ ਨਹੀਂ ਪਤਾ ਜੀ, ਪਰ ਉਹ ਡਿਊਟੀਆਂ ਆਪ ਲਾਉਂਦੇ ਨੇ ਤੇ ਆਪਣੇ ਜਵਾਈ ਨੂੰ 3-3 4-4 ਡਿਊਟੀਆਂ ਦਿੰਦੇ ਨੇ, ਕੋਈ ਸ਼ੱਕ ਨਹੀਂ। ਅੱਛਾ ਜੀ। ਪਰ ਸਾਨੂੰ ਇਹਦੇ ਨਾਲ ਵੀ ਕੋਈ ਇਤਰਾਜ਼ ਨਹੀਂ। ਉਹ ਭਾਵੇਂ 6 ਡਿਊਟੀਆਂ ਦੇ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸਾਡਾ ਇਤਰਾਜ਼ ਇੱਕੋ ਹੈ ਵੀ ਅਸੀਂ ਅੰਦਰ ਜਿਹੜੇ ਬੋਲ ਆ ਨਾ, ਬੋਲ ਕਬੋਲ ਆ ਨਾ, ਸਾਨੂੰ ਉਹ ਨਾ ਬੋਲਣ। ਸਾਡਾ ਇੱਕੋ ਇਤਰਾਜ਼ ਹੈ। ਅੱਛਾ, ਕਿਹਦੇ ਇਸ਼ਾਰੇ ਤੇ ਕੰਮ ਹੋ ਰਿਹਾ ਤੇ ਕਿਹਦੇ ਇਸ਼ਾਰੇ ਤੇ ਜਾਂ ਕਿਹੜੀ ਸ਼ਰਤ ਮੰਨ ਲਈਏ ਤਾਂ ਸਭ ਕੁਝ ਠੀਕ ਹੋ ਸਕਦਾ? ਸਾਨੂੰ ਇਸ਼ਾਰੇ ਦਾ ਤਾਂ ਨਹੀਂ ਪਤਾ, ਸਾਨੂੰ ਇੰਨਾ ਪਤਾ ਵੀ ਹੈੱਡ ਗ੍ਰੰਥੀ ਸਾਹਿਬ ਨੂੰ ਅਸੀਂ ਇੱਥੇ ਵੀ ਬੇਨਤੀ ਕਰਦੇ ਹਾਂ ਵੀ ਹੈੱਡ ਗ੍ਰੰਥੀ ਸਾਹਿਬ, ਤੁਹਾਨੂੰ ਅਸੀਂ ਪਹਿਲਾਂ ਵੀ ਬੜੀਆਂ ਬੇਨਤੀਆਂ ਕਰਦੇ ਰਹੇ ਹਾਂ, ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਕੰਮ ਹੈ ਇਹਨੂੰ ਤੁਸੀਂ ਜ਼ਰੂਰ ਬੰਦ ਕਰੋ। ਆਉਣ ਵਾਲੇ ਸਮੇਂ ਵਿੱਚ ਰਾਗੀ ਸੁੱਖ ਨਾਲ ਕੀਰਤਨ ਕਰ ਸਕਣ। ਜੋ ਵੀ ਕੁਛ ਕਹਿਣਾ, ਜੋ ਵੀ ਕਰਨਾ ਵਾ, ਉਹਦਾ ਸਾਰਾ ਕੁਝ ਲਿਖਤ ਵਿੱਚ ਹੋਣਾ ਚਾਹੀਦਾ। ਜੇ ਕਿਸੇ ਨੂੰ ਸਾਡੇ ਤੇ ਇਤਰਾਜ਼ ਵੀ ਹੈ ਨਾ, ਜੇ ਹੈੱਡ ਗ੍ਰੰਥੀ ਸਾਹਿਬ ਨੂੰ ਕੋਈ ਸਾਡੇ ਤੇ ਇਤਰਾਜ਼ ਆ, ਲਿਖਤ ਮੈਨੇਜਰ ਸਾਹਿਬ ਨੂੰ ਕੱਢ ਦੇਣ, ਮੈਨੇਜਰ ਸਾਹਿਬ ਸਾਡਾ ਨੋਟਿਸ ਲੈਣ। ਜੇ ਅਸੀਂ ਸੱਚੇ ਹੋਵਾਂਗੇ ਤਾਂ ਉਸ ਨੋਟਿਸ ਵਿੱਚ ਅਸੀਂ ਆਪੇ ਬਰੀ ਹੋ ਜਾਵਾਂਗੇ। ਤੇ ਜਾਂ ਫਿਰ ਜਿਹੜਾ ਕੋਈ ਇਲਜ਼ਾਮ ਲਾ ਰਿਹਾ ਉਹਨੂੰ ਵੀ ਪਤਾ ਲੱਗ ਜਾਏਗਾ। ਭਾਈ ਸਾਹਿਬ, ਆਪਾਂ ਕਿਹੜੀ ਸ਼ਰਤ ਮੰਨ ਲਈਏ ਤਾਂ ਸਾਰਾ ਮਸਲਾ ਹੱਲ ਹੋ ਜਾਏਗਾ? ਕੋਈ ਸ਼ਰਤ ਤੇ ਐਸੀ ਹੈ ਵਾ ਨਾ ਜਿਹਨੂੰ ਤੁਹਾਨੂੰ ਪਸੰਦ ਨਹੀਂ? ਕੋਈ ਸ਼ਰਤ ਆ, ਅੰਦਰ ਬੋਲ ਕਬੋਲ ਨਹੀਂ ਸਾਨੂੰ ਮਨਜ਼ੂਰ, ਉਹ ਨਹੀਂ ਬੋਲੇ ਜਾਣਗੇ। ਤੁਸੀਂ ਨਹੀਂ ਮੰਨੇ, ਅਸੀਂ ਕਿਤੇ ਬਾਹਰ ਥੋੜੀ। ਜੀ ਬਿਲਕੁਲ ਜੀ। ਸੋ ਅਸੀਂ ਜਿਹੜਾ ਮਸਲੇ ਦਾ ਹੱਲ ਹੈ ਨਾ, ਚਾਹੇ ਥੋੜਾ ਜਿਹਾ ਸਮਾਂ ਲੱਗਾ ਹੈ, ਤਾਂ ਭਾਈ ਗੁਰਦੇਵ ਸਿੰਘ ਜੀ ਹੋਣਾ ਵੱਲੋਂ ਵੈਸੇ ਗਿਲਾ ਸ਼ਿਕਵੇ ਤੋਂ ਲੈ ਕੇ ਦਿਲ ਦੀ ਗੱਲ ਔਰ ਹੱਲ ਸਾਰਾ ਕੁਝ ਜੇ ਕੋਈ ਸਮਝ ਲਵੇ ਤਾਂ ਇਸ਼ਾਰੇ ਦੇ ਵਿੱਚ ਆ ਵੀ ਗਿਆ। ਪਰ ਇਹਦੀ ਛੋਟੀ ਹੋਣੀ ਚਾਹੀਦੀ ਹੈ ਜੀ। ਮੇਰਾ ਸਮਾਂ ਟਾਲਣ ਵਾਸਤੇ ਨਹੀਂ ਹੋਣਾ ਚਾਹੀਦਾ ਵੀ ਆਹੋ ਜੀ ਨਹੀਂ, ਅੱਗੇ ਤੋਂ ਨਹੀਂ ਹੋਊਗਾ ਤੇ ਸੂਈ ਫੇਰ ਉੱਥੇ ਦੀ ਉੱਥੇ ਰਵੇ। ਅਸੀਂ ਇੱਕੋ ਹੀ ਮੰਗ ਕਰਦੇ ਹਾਂ ਵੀ ਇਹਦੀ ਛੋਟੀ ਲੈਣੀ ਚਾਹੀਦੀ ਕਿਸੇ ਨੂੰ ਵੀ ਵੀ ਇਹ ਕੰਮ ਇਦਾਂ ਦੇ ਅੱਗੇ ਤੋਂ ਨਹੀਂ ਹੋਣਗੇ ਜੀ। ਤਖਤ ਸ੍ਰੀ ਪਟਨਾ ਸਾਹਿਬ ਤੋਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਗੌਹਰ, ਸੋ ਉਹਨਾਂ ਦੇ ਵਿਵਾਦਤ ਬੋਲਾਂ ਨੇ ਜਿੱਥੇ ਹਰ ਇੱਕ ਸਿੱਖ ਦੇ ਹਿਰਦੇ ਨੂੰ ਵਲੂੰਦਰਿਆ, ਟੁੰਬਿਆ, ਆਤਮਾ ਨੂੰ ਪੀੜਤ ਕੀਤਾ, ਦੁਖੀ ਕੀਤਾ। ਸੋ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ, ਕਿਉਂਕਿ ਉਹਨਾਂ ਨੇ ਵਿਸ਼ਵ ਦੇ ਵਿੱਚ ਵੱਸਦੇ ਦੇਸ਼ ਦੇ ਕੋਨੇ-ਕੋਨੇ 'ਚ, ਪ੍ਰਦੇਸ਼ ਦੇ ਕੋਨੇ-ਕੋਨੇ 'ਚ, ਵਿਦੇਸ਼ ਦੇ ਕੋਨੇ-ਕੋਨੇ 'ਚ ਵੱਸਦੇ ਜਿੰਨੇ ਵੀ ਕੀਰਤਨੀਏ ਸਿੰਘ ਨੇ, ਜਿਹੜੇ ਗੁਰੂ ਮਹਾਰਾਜ ਦੀ ਸੇਵਾ ਕਰ ਰਹੇ ਨੇ, ਕੀਰਤਨ ਦੀ ਸੇਵਾ ਕਰ ਰਹੇ ਨੇ, ਸ਼ਬਦ ਦੀ ਸੇਵਾ ਕਰ ਰਹੇ ਨੇ, ਸੋ ਉਹਨਾਂ ਦੇ ਉੱਪਰ ਵੀ ਐਸੀ ਅਪੱਧਰ ਟਿੱਪਣੀ ਕੀਤੀ ਹੈ ਜੋ ਨਾਕਾਬਲੇ ਬਰਦਾਸ਼ਤ ਹੈ। ਸੋ ਭਾਈ ਹਰਜਿੰਦਰ ਸਿੰਘ ਜੀ ਹੋਣਾ ਨੇ ਬੜਾ ਕਰਾਰਾ ਜਵਾਬ ਦਿੱਤਾ ਹੈ। ਸੋ ਉਹਨਾਂ ਦਾ ਕਹਿਣਾ ਹੈਗਾ ਜੀ ਕਿ ਜਦੋਂ ਇਸ਼ਾਰਾ ਹੋਇਆ ਜੀ ਕੀਰਤਨੀਏ ਜਿਹੜੇ ਨੇ ਇਹ ਰਿਕਸ਼ਾ ਚਲਾ ਲੈਣ, ਟੈਂਪੂ ਪਾ ਲੈਣ ਜਾਂ ਕੁਝ ਕਰ ਲੈਣ, ਸੋ ਇੱਥੇ ਭਾਈ ਹਰਜਿੰਦਰ ਜੀ ਕਹਿ ਰਹੇ ਨੇ ਕਿ ਉਹਨਾਂ ਨੇ ਤੇ ਬਹੁਤ ਸੁਰੀਲੇ ਨੇ, ਸੁਰ ਦੇ ਵਿੱਚ ਜਦੋਂ ਸਵਾਰੀ ਨੂੰ ਆਵਾਜ਼ ਮਾਰੀ ਤਾਂ ਸਵਾਰੀ ਨੱਸੀ ਆਏਗੀ, ਰਿਕਸ਼ੇ ਤੇ ਬਹਿ ਜਾਏਗੀ। ਤਾਂ ਗੌਰ ਸਾਹਿਬ ਨੂੰ ਕਿਹਾ ਹੈਗਾ ਕਿ ਤੁਹਾਡੀ ਆਵਾਜ਼ ਐਸੀ ਹੈ, ਲੱਗਦਾ ਨਹੀਂ ਕਿ ਜੇ ਰਿਕਸ਼ੇ ਦਾ ਤੁਸੀਂ ਚਲਾਓ ਤੇ ਕੋਈ ਤੁਸੀਂ ਕਿਸੇ ਨੂੰ ਆਵਾਜ਼ ਦਿਓ ਤਾਂ ਤੁਹਾਡੇ ਰਿਕਸ਼ੇ ਤੇ ਕੋਈ ਸਵਾਰੀ ਆਵੇ ਵੀ। ਭਾਈ ਸਾਹਿਬ ਦੀ ਇਸ ਟਿੱਪਣੀ ਤੇ ਤੁਸੀਂ ਕੀ ਕਹਿੰਦੇ ਹੋ? ਮੈਂ ਸਮਝਦਾ ਵਾਂ ਭਾਈ ਹਰਜਿੰਦਰ ਸਿੰਘ ਜੀ, ਭਾਈ ਗੁਰਮੇਜ ਸਿੰਘ ਜੀ ਵਰਗੇ ਕੀਰਤਨੀਏ ਕੌਮ ਨੂੰ ਮਿਲਣੇ ਬੜੇ ਮੁਸ਼ਕਲ ਹੈ ਜੀ ਜੀ ਜੀ। ਇਹ ਕਦੇ ਵੀ ਛੇਤੀ ਕਿਤੇ ਬੋਲਦੇ ਨਹੀਂ ਆ ਜੀ ਜੀ, ਤੇ ਜਦੋਂ ਫਿਰ ਬੋਲਦੇ ਆ ਨਾ ਜੀ, ਉਹ ਇੱਕ ਬੰਦਾ ਹੀ ਲੱਖ ਰਾਗੀ ਦੇ ਬਰਾਬਰ ਹੈ। ਬਿਲਕੁਲ ਹੈ ਜੀ, ਬਿਲਕੁਲ। ਭਾਈ ਹਰਜਿੰਦਰ ਸਿੰਘ ਜੀ ਦਾ ਬੋਲਣਾ, ਭਾਈ ਗੁਰਮੇਜ ਸਿੰਘ ਜੀ ਵਰਗੇ ਰਾਗੀਆਂ ਦਾ ਬੋਲਣਾ, ਤੇ ਇਹ ਲੱਖ ਬੰਦੇ ਦੇ ਬਰਾਬਰ ਹੈ। ਜੀ 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 ਜੀ। ਤੇ ਜੇ ਉਹਨਾਂ ਨੇ ਇਹ ਗੱਲ ਬੋਲੀ ਹੈ ਨਾ, ਇਹਦਾ ਮਤਲਬ ਉਹਨਾਂ ਉਹ ਹਿਰਦੇ ਨੂੰ ਬਹੁਤ ਵੱਡੀ ਠੇਸ ਉਹਨਾਂ ਦੀ ਹਿਰਦੇ ਤੱਕ ਪਹੁੰਚੀ ਹੈ ਵੀ ਸਾਨੂੰ ਇਹ ਕੀ ਸੁਣਨਾ ਪੈ ਰਿਹਾ। ਇੱਕ ਬੰਨੇ ਸਾਨੂੰ ਸ਼੍ਰੋਮਣੀ ਭਾਈ ਸਾਹਿਬ ਦੇ ਅਵਾਰਡ ਨਾਲ ਨਵਾਜਿਆ ਜਾਵੇ ਤੇ ਦੂਜੇ ਬੰਨੇ ਉਹ ਕੋਈ ਆਮ ਬੰਦਾ ਕਥਾਵਾਚਕ ਉੱਠ ਕੇ ਕਹਿ ਦੇ ਤੁਸੀਂ ਮਸੰਦ ਬਣ ਗਏ, ਤੁਸੀਂ
ਕੀ ਕੁਛ ਮੈਂ ਤੁਹਾਨੂੰ ਕਹਾਂ ਵੀ ਉਹਨਾਂ ਨੇ ਜੋ ਬੋਲਿਆ ਇਸ ਪੰਥ ਦੇ ਸਾਹਮਣੇ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਹਿਰਦੇ ਨੂੰ ਬਹੁਤ ਵੱਡੀ ਚੋਟ ਪਹੁੰਚੀ ਹੈ ਤੇ ਉਹਨਾਂ ਨੇ ਇਹ ਬਚਨ ਬੋਲੇ ਆ, ਨਹੀਂ ਤੇ ਉਹ ਮੈਨੂੰ ਨਹੀਂ ਲੱਗਦਾ ਛੇਤੀ ਕੀਤਾ ਕਦੀ ਬੋਲਦੇ। ਉਹ ਕਦੀ ਵੀ ਵਿਵਾਦਾਂ 'ਚ ਨਹੀਂ ਆਉਂਦੇ। ਪਰ ਭਾਈ ਸਾਹਿਬ, ਕਥਾ ਕਰਨ ਵਾਲਿਆਂ ਨੇ ਕਥਾ ਦੇ ਵਿੱਚ ਹੀ ਬਹੁਤ ਵਾਰੀ ਇਹ ਗੱਲਾਂ ਸੁਣਾਈਆਂ ਨੇ ਕਿ ਗੁਰੂ ਸਾਹਿਬ ਦੇ ਘਰ ਦੇ ਵਿੱਚ ਲਿੱਧ ਚੁੱਕਣ ਵਾਲਿਆਂ ਨੂੰ ਕਿਹੜੀਆਂ ਪਦਵੀਆਂ ਦਿੱਤੀਆਂ ਗਈਆਂ ਨੇ। ਜਿਹੜੇ ਜੋੜਿਆਂ ਦੀ ਸੇਵਾ ਕਰਦੇ ਰਹੇ, ਲੰਗਰਾਂ ਦੀ ਸੇਵਾ ਕਰਦੇ ਰਹੇ ਆ, ਸੰਗਤ ਦੀ ਸੇਵਾ ਕਰਦੇ ਰਹੇ ਆ, ਜਿਨ੍ਹਾਂ ਨੇ ਬਾਲਣ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਪਦਵੀਆਂ ਮਿਲੀਆਂ ਨੇ। ਕੀ ਗੱਲ ਇਹ ਕਥਾ ਕਰਨ ਵਾਲਿਆਂ ਨੂੰ ਯਾਦ ਨਹੀਂ ਸੀ, ਇਤਿਹਾਸ ਪੜ੍ਹਿਆ ਨਹੀਂ ਸੀ? ਤੇ ਰਿਕਸ਼ਾ ਚਲਾਉਣਾ ਜਾਂ ਰੇਹੜੀ ਲਾਉਣੀ ਕਿਹੜੀ ਮਾੜੀ ਗੱਲ ਹੈ ਬਾਈ, ਦੱਸੋਗੇ ਜਰਾ? ਇਹ 10 ਨੌਹਾਂ ਦੀ ਕਿਰਤ ਕਮਾਈ 'ਚ ਨਹੀਂ ਆਉਂਦਾ? ਤੁਸੀਂ ਇਹਨਾਂ ਨੂੰ ਮਤਲਬ ਇਹਨਾਂ ਦੀ ਅਗਿਆਨਤਾ, ਇਹਨਾਂ ਦੇ ਅੰਦਰ ਆ ਜਿਹੜੀ ਕਮੀ ਸੀ ਗਿਆਨ ਦੀ, ਮਤਲਬ ਇਹ ਕੀ ਦੱਸਣਾ ਕੀ ਚਾਹੁੰਦੇ? ਕੋਈ ਚੋਰੀ ਚਕਾਰੀ ਕਰ ਤੇ ਹੈ ਨਹੀਂ ਨਾ, ਇਹ ਪਾਪ ਥੋੜ੍ਹੀ ਹੈ ਮਿਹਨਤ ਕਰਨੀ। ਅਸੀਂ ਤਾਂ ਰਿਕਸ਼ੇ ਵੀ ਚਲਾਏ ਨੇ, ਸਾਰੀ ਕੌਮ ਨੂੰ ਬਹੁਤ ਹੁਣ ਆਣ ਕੇ ਕੌਮ ਦੇ ਦਿਨ ਜ਼ਰੂਰ ਬਦਲੇ ਨੇ, ਪਰ ਉਸ ਤੋਂ ਪਹਿਲਾਂ ਦੇਖੀਏ ਤਾਂ ਕੌਮ ਕਿਸ ਤਰ੍ਹਾਂ ਦੇ ਹਾਲਾਤਾਂ 'ਚ ਰਹੀ। ਰਿਕਸ਼ਾ ਵਾਹੁਣ ਦੀ ਗੱਲ ਨਹੀਂ ਸੀ ਕਰਨੀ ਚਾਹੀਦੀ, ਸਗੋਂ ਉੱਥੋਂ ਇਹ ਦੇਸ਼ ਕਰਨਾ ਚਾਹੀਦਾ ਸੀ ਵੀ ਮੈਂ ਤਖਤ ਤੋਂ ਬੇਨਤੀ ਕਰਦਾ ਕਿ ਸਾਰੇ ਰਾਗੀ ਸਿੰਘ ਸੰਜਮ ਤੋਂ ਕੰਮ ਲੈਣ ਜੀ, ਇਹ ਕਹਿੰਦੇ ਜੀ। ਤੇ ਜੇ ਕਿਤੇ ਸਾਡੀ ਸੇਵਾ ਦੀ ਲੋੜ ਹੈ ਵੀ ਅਸੀਂ ਨਾਲ ਆ, ਤੇ ਅੱਧਿਓਂ ਜ਼ਿਆਦਾ ਮਸਲਾ ਵੈਸੇ ਹੱਲ ਹੁੰਦਾ ਵੀ ਸਾਡੇ ਜ਼ਖਮਾਂ ਤੇ ਮਰਮ ਲਾਉਣ ਵਾਲਾ ਵੀ ਕੋਈ ਬੈਠਾ ਹੈ। ਪਰ ਜੇ ਕੋਈ ਮਿਰਚਾਂ ਪਾਵੇ ਤੇ ਫਿਰ ਆਖੇ ਤੂੰ ਚੀਸ ਵੀ ਨਾ ਵੱਟ ਸਕਦਾ, ਤੂੰ ਇੱਕ ਤੇ ਗੱਲ ਬਣਦੀ ਹੈ। ਜ਼ਖਮ ਚੀਰ ਕੇ ਲਾ ਕੇ ਉੱਤੇ ਮਿਰਚਾਂ ਤੇ ਲੂਣ ਨਾਲ ਭਰ ਦੇਣਾ। ਉਹ ਕਦੀ ਤੇ ਕਹਿੰਦੇ ਅਸੀਂ ਦਰਬਾਰ ਸਾਹਿਬ ਦੇ ਰਾਗੀਆਂ ਨੂੰ ਨਹੀਂ ਆਖਿਆ, ਤੇ ਕਦੀ ਕਹਿ ਪੈਂਦੇ ਅਸੀਂ ਪਟਨਾ ਸਾਹਿਬ ਦੇ ਰਾਗੀਆਂ ਨੂੰ ਆਖਿਆ, ਤੇ ਪਟਨਾ ਸਾਹਿਬ ਦੇ ਰਾਗੀਆਂ ਨੂੰ ਚੋਰ ਬਣਾ ਛੱਡਿਆ। ਤੇ ਹੁਣ ਪਟਨਾ ਸਾਹਿਬ ਦੇ ਰਾਗੀ ਹੀ ਜਵਾਬ ਮੰਗਣਗੇ ਵੀ ਦੱਸੋ ਅਸੀਂ ਚੋਰ ਆ ਕਿ ਅਸੀਂ ਰੱਬ ਦੇ ਕੀਰਤਨੀ ਆ। ਕੀਰਤਨੀਆਂ ਨੂੰ ਤੁਸੀਂ ਸਮਝਦੇ ਵਿਸ਼ਵ ਦੇ ਜਿੰਨੇ ਕੀਰਤਨੀ ਉਹਨਾਂ ਦਾ ਅਪਮਾਨ ਹੋਇਆ ਜੀ? ਇੱਕ ਵਾਰੀ ਨਹੀਂ ਹੋ ਰਿਹਾ ਜੀ, ਹਰ ਚੌਥੇ ਦਿਨ ਹੋ ਰਿਹਾ ਜੇ, ਇੱਕ ਵਾਰੀ ਹੋ ਰਿਹਾ ਕਿਤੇ। ਜਥੇਦਾਰ ਦੀ ਪਦਵੀ ਤੇ ਬੈਠਾ ਕੋਈ ਸ਼ਖਸ, ਉਹਨੂੰ ਲੱਗਦਾ ਜੀ ਇਹ ਐਸਾ ਕੰਮ ਕਰਨਾ ਚਾਹੀਦਾ ਸੀ? ਦੇਖੋ ਇਹ ਤਾਂ ਤੁਸੀਂ ਸਿਆਣੇ ਹੋਏ, ਤੇ ਇੱਕ ਟਰੱਕਾਂ ਬੱਸਾਂ ਮਗਰ ਵੀ ਕਈ ਵਾਰੀ ਲਿਖਿਆ ਹੁੰਦਾ, ਟਰਾਲੀਆਂ ਮਗਰ ਲਿਖਿਆ ਹੁੰਦਾ ਵੀ ਜੀ ਕਹੋ ਤੇ ਜੀ ਕਹਾਓ। ਇਹ ਤੋਂ ਪਰਾਂ ਕੀ ਮੈਂ ਕਹਿ ਸਕਦਾ ਵੀ ਜੇ ਕੋਈ ਆਮ ਬੰਦਾ ਵੀ ਕਿਸੇ ਨੂੰ ਕੋਈ ਤਾਨਾ ਮੇਨਾ ਨਹੀਂ ਹੁਣ ਮਾਰਦਾ, ਸਮਾਂ ਬਦਲ ਗਿਆ। ਅੱਗੇ ਆਪਾਂ ਉਹ ਇਹ ਰਿਕਸ਼ਾ ਕਹਿ ਦਿੰਦੇ ਸਾਂ, ਤੇ ਹੁਣ ਆਪਾਂ ਇਦਾਂ ਨਹੀਂ ਕਹਿੰਦੇ, ਕੋਈ ਸਵਾਰੀ ਵੀ ਨਹੀਂ ਪਾਉਂਦਾ ਇਦਾਂ। ਤੇ ਐਡੇ ਉੱਚੇ ਅਹੁਦੇ ਤੇ ਪਹੁੰਚ ਕੇ ਐਡੀ ਨੀਵੀਂ ਭਾਸ਼ਾ ਵਰਤਣੀ ਨਹੀਂ ਚਾਹੀਦੀ ਜੀ। ਬਿਲਕੁਲ। ਅਸੀਂ ਦੇਖਿਓ ਭਾਈ ਗੁਰਦੇਵ ਜੀ ਹੋਣਾ ਕੋਲ, ਕਿਉਂਕਿ ਸੁਲਝੇ ਹੋਏ ਵਿਦਵਾਨ ਨੇ, ਇਕੱਲੇ ਕੀਰਤਨੀਆਂ ਨਹੀਂ ਗਏ, ਨਾਲ ਵਿਦਵਾਨ ਵੀ ਨੇ। ਸਿੱਖੀ ਦੀ ਬਹੁਤ ਅੱਛੀ ਤਰ੍ਹਾਂ ਪਰਖ ਵੀ ਹੈ, ਇਹਨਾਂ ਨੂੰ ਪਕੜ ਵੀ ਹੈ ਇਤਿਹਾਸ ਦੇ ਉੱਤੇ, ਨਾਲ ਦੇ ਨਾਲ ਕੌਮ ਦਾ ਪੰਥ ਦਾ ਦਰਦ ਵੀ ਹੈ। ਸਮੇਂ ਸਿਰ ਹਰ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਸਭ ਤੋਂ ਮੂਹਰੇ ਹੋ ਕੇ ਇਹਨਾਂ ਲੜਾਈਆਂ ਵੀ ਲੜੀਆਂ ਨੇ, ਔਰ ਜਿੱਥੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਨੇ, ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਦੇ ਨੇ। ਸੱਚਖੰਡ ਸ੍ਰੀ ਹਜ਼ੂਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਜੋ ਬਹੁਤ ਹੀ ਪਵਿੱਤਰ ਸੇਵਾ ਨਿਭਾ ਰਹੇ ਨੇ, ਉਸ ਸੇਵਾ ਦੇ ਅਸੀਂ ਬਹੁਤ ਰਿਣੀ ਹਾਂ ਜੀ। ਔਰ ਪੂਰੀ ਸੰਗਤ ਤੁਹਾਡਾ ਮਾਨ ਸਨਮਾਨ ਜਿਤਨੇ ਵੀ ਕੀਰਤਨੀਆਂ, ਸਮੂਹ ਕੀਰਤਨੀਆਂ ਦਾ ਕਰਦੀ ਹੈ ਜੀ, ਜਿਹੜੇ ਵੀ ਸੱਚਖੰਡ ਸਾਹਿਬ ਦੇ ਵਿੱਚ ਨਹੀਂ, ਹਰੇਕ ਗੁਰਧਾਮਾਂ 'ਚ ਜਿਹੜੇ ਸੇਵਾਵਾਂ ਨਿਭਾ ਰਹੇ ਨੇ। ਪਰ ਆਖਰੀ 'ਚ ਅਸੀਂ ਸਿਰਫ ਇਹ ਚਾਹਾਂਗੇ ਕਿ ਤੁਸੀਂ ਆਪਣੇ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਗੌਹਰ, ਔਰ ਜੋ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਭਾਈ ਜਗਤਾਰ ਸਿੰਘ ਜੀ, ਸੋ ਇਹਨਾਂ ਨੂੰ ਤੁਸੀਂ ਕੋਈ ਵੀ ਸੁਝਾਅ ਜਾਂ ਆਪਣੇ ਵੱਲੋਂ ਅਪੀਲ ਕਰਨੀ ਚਾਹੋ ਤਾਂ ਸਾਡੇ ਚੈਨਲ ਦੇ ਜ਼ਰੀਏ ਕਰ ਸਕਦੇ ਹੋ, ਤਾਂ ਕਿ ਇਹ ਸੁਨੇਹਾ ਉਹਨਾਂ ਤੱਕ ਜ਼ਰੂਰ ਪਹੁੰਚੇ। ਹਾਂ, ਇੱਕ ਉਸ ਕਥਾਵਾਚਕ ਨੂੰ ਥੋੜ੍ਹਾ ਜਿਹਾ ਦੱਸੋ, ਉਹਨੂੰ ਕੀ ਟ੍ਰੇਨਿੰਗ ਦੀ ਲੋੜ ਹੈ ਦੁਬਾਰਾ, ਜਿਹੜਾ ਤੋਂ ਕੀਰਤਨੀਆਂ ਨੂੰ ਮਸੰਦ ਦੱਸ ਰਿਹਾ? ਵੇਖੋ, ਮੈਨੂੰ ਤੇ ਤੁਸੀਂ ਪੁੱਛਿਆ ਸੀ ਨਾ ਸਾਜ਼ਿਸ਼ ਕੀ ਹੋ ਸਕਦੀ ਸਾਜ਼ਿਸ਼, ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਹੁਣ ਰਾਗੀਆਂ ਨੂੰ ਕਥਾਵਾਚਕਾਂ ਦੇ ਨਾਲ ਧਿਰ ਬਣਾ ਕੇ ਖਿਲਾਰਨੀ ਚਾਹੁੰਦੀ ਕੋਈ ਸਾਜ਼ਿਸ਼। ਅੱਛਾ ਭਈ ਇਹ ਹੁਣ ਕਥਾਵਾਚਕਾਂ ਦੇ ਅਗੇਂਸਟ ਬੋਲਣ। ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ, ਸਾਡਾ ਕਿਸੇ ਬੰਦੇ ਨਾਲ, ਕਿਸੇ ਸ਼ਖਸ ਨਾਲ, ਕਿਸੇ ਅਹੁਦੇਦਾਰ ਨਾਲ ਕੋਈ ਸਾਡਾ ਵਾਦ ਵਿਵਾਦ ਨਹੀਂ ਹੈ। ਇੱਕ ਬੰਦੇ ਨਾਲ ਸੀ, ਉਹ ਵੀ ਮੁੱਕ ਸਕਦਾ ਆ, ਕੋਈ ਵੱਡੀ ਗੱਲ ਨਹੀਂ ਹੈ। ਪਰ ਉਹ ਮੁੱਕ ਇੱਕੇ ਸ਼ਰਤ 'ਤੇ ਸਕਦਾ ਕਿ ਅਸੀਂ ਇਹ ਗੱਲ ਨੂੰ ਐਕਸੈਪਟ ਕਰੀਏ ਵੀ ਅਸੀਂ ਅੱਗੋਂ ਭਾਈ ਦਰਬਾਰ ਸਾਹਿਬ ਦੇ ਵਿੱਚ ਨਹੀਂ ਇੱਕ ਦੂਜੇ ਨੂੰ ਬੋਲਾਂਗੇ। ਤੇ ਜੇ ਆਪਾਂ ਇਹ ਕਹੀਏ ਵੀ ਤੂੰ ਹੁੰਦਾ ਕੌਣ ਹੈ ਮੈਨੂੰ ਇਹ ਗੱਲ ਪੁੱਛਣ ਵਾਲਾ, ਵੀ ਤੂੰ ਮੈਂ ਕਰਾਂਗੇ ਨਾ ਕਰਾਂ, ਤੇ ਫਿਰ ਤੁਹਾਡੇ ਸਾਹਮਣੇ ਵਿਵਾਦ ਨਹੀਂ ਫਿਰ ਖਤਮ ਹੋ ਸਕਦੇ। ਫਿਰ ਤਾਂ ਤੁਹਾਨੂੰ ਪਤਾ ਹੀ ਆ ਭਈ, ਹੁਣ ਪਟਨਾ ਸਾਹਿਬ ਵਾਲੇ ਜਥੇਦਾਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਡੇ ਕੋਈ ਇੱਦਾਂ ਭਾਈ ਇਹ ਤੁਹਾਡਾ ਕੋਈ ਸ਼ਬਦਾਵਲੀ ਗਲਤ ਨਹੀਂ ਬੋਲੀ ਗਈ, ਚੈਨਲ ਵਾਲੇ ਨੇ ਪੁੱਛਿਆ, ਤੇ ਜੇ ਹੁਣ ਉਹਨੇ ਆਖਿਆ ਵੀ ਮੈਂ ਕਿਉਂ ਆਪਣੇ ਬੋਲ ਵਾਪਸ ਲਵਾਂ, ਤੇ ਫਿਰ ਕਦੀ ਮਸਲੇ ਹੱਲ ਨਹੀਂ ਹੁੰਦੇ। ਜੇ ਉਹ ਇਹ ਗੱਲ ਨੂੰ ਐਕਸੈਪਟ ਕਰਦੇ ਆ ਵੀ ਮੈਂ ਇਹ ਗੱਲਾਂ ਬੋਲ ਬੈਠਾ ਤੇ ਚਲੋ ਮੈਂ ਮਹਿਸੂਸ ਕਰਦਾ,
ਤੇ ਹੁਣੇ ਹੀ ਮਸਲੇ ਹੱਲ ਨੇ। ਹੁਣ ਸਾਰਾ ਬਲੇਮ ਰਾਗੀ ਸਿੰਘਾਂ ਤੇ ਲਿਆਂਦਾ ਜਾਵੇ, ਇਹ ਨਹੀਂ ਮਸਲਾ ਹੱਲ ਕਰਨਾ ਚਾਹੁੰਦੇ। ਭਾਈ ਸਾਡੀ ਹੱਥ ਜੋੜ ਕੇ ਬੇਨਤੀ ਹੈ, ਅਸੀਂ ਮੰਗ ਹੀ ਇੰਨੀ ਕਰਦੇ ਹਾਂ ਵੀ ਸਾਡਾ ਵੀ ਸਨਮਾਨ ਬਾਹਰ ਰੱਖੋ, ਸਮੁੱਚੇ ਰਾਗੀ ਭਾਈਚਾਰੇ ਦਾ ਰੱਖੋ। ਤੇ ਅਸੀਂ ਤੁਹਾਨੂੰ ਜੀ ਕਹਾਂਗੇ, ਤੁਸੀਂ ਸਾਨੂੰ ਜੀ ਆਪੇ ਕਹਿੰਦੇ ਹੋ, ਤੇ ਅਸੀਂ ਤੁਹਾਨੂੰ ਜੀ ਜੀ ਪਹਿਲਾਂ ਵੀ ਕਰਦੇ ਸਾਂ, ਹੁਣ ਵੀ ਕਰਦੇ ਹਾਂ, ਤੇ ਗਾਂ ਵੀ ਕਰਦੇ ਰਹਿਣਾ। ਸਾਡੇ ਮਨਾਂ 'ਚ ਕੋਈ ਐਸੀ ਪ੍ਰੋਬਲਮ ਨਹੀਂ ਹੈ ਕਿ ਤੁਹਾਨੂੰ ਅਸੀਂ ਫਤਿਹ ਨਹੀਂ ਬੁਲਾਵਾਂਗੇ ਜਾਂ ਤੁਹਾਡਾ ਅਸੀਂ ਸਤਿਕਾਰ ਨਹੀਂ ਕਰਾਂਗੇ। ਅਸੀਂ ਹੁਣ ਵੀ ਕਰਦੇ ਹਾਂ ਤੇ ਗਾਂ ਵੀ ਕਰਦੇ ਰਵਾਂਗੇ। ਕਿਰਪਾ ਕਰੋ, ਆਪ ਵੀ ਸੌਖੇ ਰਹੋ ਤੇ ਸਾਨੂੰ ਵੀ ਸੌਖੇ ਰਹਿਣ ਦਿਓ। ਅਸੀਂ ਤੁਹਾਡੇ ਅੱਗੇ ਹੱਥ ਜੋੜਦੇ ਹਾਂ। ਜੀ ਬਿਲਕੁਲ ਜੀ, ਆਖਰੀ ਦੇ ਵਿੱਚ ਅਸੀਂ ਕਹਿੰਦੇ ਹਾਂ, ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ, ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।